ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਬਹੁਤ ਹੀ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ। ਮੈਂ ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਦਰਅਸਲ ਅੱਜ ਆਪਣੇ ਮੁੱਖ ਮੰਤਰੀ ਦਿੱਲੀ ਨੂੰ ਜਾ ਰਹੇ ਆ। ਵੈਸੇ ਰਹਿੰਦੇ ਤਾਂ ਦਿੱਲੀ 'ਚ ਹੀ ਸੀ ਮਹੀਨਾ ਕੁ ਪਹਿਲੋਂ ਤੱਕ, ਔਰ ਹੁਣ ਜਾ ਰਹੇ ਆ ਇੱਕ ਵਾਰੀ ਮੁੜ ਕੇ ਨਵਿਆਉਣ ਲਈ ਅੱਖਾਂ। ਵੀ ਦੇਖੀਏ ਤਾਂ ਸਹੀ ਕੁਝ ਮਹੀਨੇ 'ਚ ਬਦਲਿਆ। ਇੱਥੇ ਸਰਦਾਰ ਹਮੀਰ ਸਿੰਘ ਹੋਰਾਂ ਦੀ ਟਿੱਪਣੀ ਲੈਂਦੇ ਆ, ਲੇਕਿਨ ਉਹਦੇ ਨਾਲ ਨਾਲ ਹੀ ਜਦੋਂ ਸੱਤਾ ਦੇ ਗਲਿਆਰਿਆਂ ਦੀਆਂ ਕੋਈ ਪੁਰਾਣੀਆਂ ਗੱਲਾਂ ਬਾਹਰ ਆਉਂਦੀਆਂ ਨੇ ਨਾ, ਤਾਂ ਐਵੇਂ ਥੋੜਾ ਜਿਹਾ ਮੁਸਕਰਾਹਟ ਫੈਲ ਜਾਂਦੀ ਆ ਦੇਸ਼ ਵਾਸੀਆਂ ਦੇ ਚਿਹਰਿਆਂ ਤੇ। ਕਿ ਇੱਕ ਪੇਂਟਿੰਗ ਜਿਹੜੀ ਤੋਹਫੇ 'ਚ ਮਿਲੀ ਸੀ ਉਹ ਵੇਚਤੀ। ਆ ਰੌਲਾ ਤਾਂ ਇਹਨਾਂ ਦਿਨਾਂ ਦੇ ਵਿੱਚ ਇਮਰਾਨ ਖਾਨ ਦਾ ਪੈਂਦਾ ਸੀ, ਉਹਨੇ ਤੋਹਫੇ ਵੇਚਤੇ, ਕਰੋੜਾਂ ਦਾ ਨੁਕਸਾਨ ਕਰਤਾ ਪਾਕਿਸਤਾਨ ਦਾ। ਤੇ ਉਹ ਸਾਡੇ ਵਾਲੇ ਪਾਸੇ ਕਹਿੰਦੇ ਘੱਟ ਕਿਉਂ ਰਹੀਏ। ਇਹਨਾਂ ਨੇ ਗਾਂਧੀ ਪਰਿਵਾਰ ਵੱਲੋਂ ਵੇਚੀ ਇੱਕ ਪੇਂਟਿੰਗ ਦਾ ਰੌਲਾ ਪਾ ਲਿਆ। ਇਹ ਵੀ ਕਾਫੀ ਦਿਲਚਸਪੀਆਂ ਨੇ, ਲੇਕਿਨ ਜੇਕਰ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਦੇਖੀਏ ਤੇ ਉਹ ਘੱਟ ਨਹੀਂ ਹੋ ਰਹੀਆਂ। ਬਿਜਾਈ ਦੇ ਸੀਜ਼ਨ ਦੇ ਵਿੱਚ DAP ਖਾਦ ਉਹਦੀ ਕਮੀ ਦਾ ਰੋਣਾ ਰੋਇਆ ਜਾ ਰਿਹਾ, ਲੇਕਿਨ ਨਾਲ ਦੀ ਨਾਲ ਥਰਮਲ ਪਲਾਂਟਾਂ ਦੇ ਵਿੱਚ ਫਿਰ ਸਮੱਸਿਆਵਾਂ ਦਾ ਵੱਡਾ ਮਾਮਲਾ ਹੈ ਔਰ ਲੋਕਾਂ ਨੂੰ ਬਿਜਲੀ ਕੱਟ ਜਿਹੜੇ ਉਹਨਾਂ ਨਾਲ ਮੁਸ਼ਕਲ ਆ ਰਹੀ ਆ। ਲੇਕਿਨ ਅੱਜ ਨਵਜੋਤ ਸਿੰਘ ਸਿੱਧੂ ਥਰਮਲ ਪਲਾਂਟ ਰਾਜਪੁਰਾ ਦੇ ਸਾਹਮਣੇ ਬਹਿਣਗੇ। ਵਾਹਵਾ ਗਰਮੀ 'ਚ, ਪਤਾ ਨਹੀਂ ਟੈਂਟ ਲਾ ਕੇ ਬਹਿੰਦੇ ਆ ਕਿ ਧੁੱਪ 'ਚ ਬਹਿੰਦੇ ਆ, ਦੇਖਣਾ ਬਾਅਦ 'ਚ ਆ। ਪਰ ਪਸੀਨਾ ਮੈਨੂੰ ਲੱਗਦਾ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਤੇ ਹਰੀਸ਼ ਚੌਧਰੀ ਨੂੰ ਆਈ ਜਾਂਦਾ ਹੋਣਾ ਹੈ ਕਿ ਬੰਦਾ ਤੇ ਆਪਾਂ ਲਾਤਾ, ਲੀਓ ਨੌਕਰੇ ਲਾਤਾ, ਇਹ ਦੱਬਦਾ ਹੀ ਨਹੀਂ। ਪਹਿਲਾਂ ਭਗਵੰਤ ਮਾਨ ਬਾਰੇ ਕਹਿੰਦੇ ਹੁੰਦੇ ਸੀ ਵੀ ਇਹ ਦੱਬਦਾ ਨਹੀਂ। ਆਪਾਂ ਸਾਰੀਆਂ ਗੱਲਾਂ ਕਰਨੀਆਂ ਨੇ, ਲੇਕਿਨ ਸਭ ਤੋਂ ਪਹਿਲਾਂ ਸਰਦਾਰ ਹਮੀਰ ਸਿੰਘ ਹੋਣਾ ਕੋਲ ਚੱਲਦੇ ਆ। ਮੈਂ ਇੱਕ ਗੱਲ ਤੁਹਾਨੂੰ ਦੱਸਦੇ ਆ ਵੀ ਅਸੀਂ ਸਵੇਰ ਦੇ ਸ਼ੋਅ ਵਾਲਾ ਮਨਪ੍ਰੀਤ ਲੱਭਦੇ ਰਹੇ, ਉਹ ਕਿਤੇ ਵਿਆਹ ਗਏ ਸੀ, ਸਾਨੂੰ ਮਿਲੇ ਜੇ ਨਹੀਂ, ਮੇਲੇ 'ਚ ਗੁਆਚ ਗਏ ਆ, ਲੱਭ ਲਿਆਵਾਂਗੇ ਕੱਲ ਤੱਕ। ਸਰਦਾਰ ਹਮੀਰ ਸਿੰਘ, ਮੈਨੂੰ ਦੱਸਿਓ ਵੀ ਇਹ ਮਾਨ ਸਾਹਿਬ ਦਿੱਲੀ ਤੁਰ ਗਏ, ਵੈਸੇ ਦਿੱਲੀ 'ਚ ਉਹਨਾਂ ਦੀ ਰਿਹਾਇਸ਼ ਵੀ ਸੀਗੀ, ਦੱਸਿਓ ਅੱਜ ਉੱਥੋਂ ਕੀ ਖੋਜ ਕੇ ਲਿਆਉਣਗੇ ਸਾਡੇ ਲਈ। ਦਿੱਲੀ ਵੈਸੇ ਹਮੇਸ਼ਾ ਦੂਰ ਹੀ ਰਹੀ ਹੈ ਪੰਜਾਬੀਆਂ ਤੋਂ। ਕਿਹਾ ਤਾਂ ਦਿੱਲੀ ਜਾਣ ਦਾ ਜਿਹੜਾ ਆਫੀਸ਼ੀਅਲ ਮਕਸਦ ਤਾਂ ਸਾਹਮਣੇ ਆਇਆ, ਉਹ ਇਹੀ ਕਹਿੰਦੇ ਨੇ ਜਾ ਕੇ ਮੁਹੱਲਾ ਕਲੀਨਿਕਾਂ ਦੇਖਣੀਆਂ ਨੇ ਤੇ ਦਿੱਲੀ ਦੇ ਸਕੂਲ ਦੇਖਣੇ ਨੇ ਕਿ ਉਹ ਕਿਵੇਂ ਆਪਰੇਟ ਕਰਦੇ ਨੇ, ਕਿਵੇਂ ਕੰਮ ਕਰਦੇ ਨੇ, ਕਿਸ ਤਰੀਕੇ ਦੇ ਨੇ। ਪਰ ਸਵਾਲ ਇਹਨੂੰ ਇੱਕ ਅਲੱਗ ਤਰ੍ਹਾਂ ਵੀ ਇਹਨੂੰ ਦੇਖਿਆ ਜਾਣਾ ਚਾਹੀਦਾ ਹੈ। ਉਹ ਇਸ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਕਿ ਲਗਾਤਾਰ ਦਿੱਲੀ ਦੇ ਵਿੱਚ ਜਿਹੜੀ 2013 ਦੀ ਸਰਕਾਰ ਬਣੀ ਸੀ ਉਦੋਂ ਤੋਂ ਲੈ ਕੇ ਫਿਰ 14 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਮੈਂਬਰ ਭਗਵੰਤ ਮਾਨ ਵੀ ਗਏ ਤੇ ਪੰਜਾਬ ਦੇ ਹੋਰ ਵੀ ਗਏ, ਉਦੋਂ ਤੋਂ ਲੈ ਕੇ ਦਿੱਲੀ ਮਾਡਲ ਬਹੁਤ ਜ਼ਿਆਦਾ ਪ੍ਰਚਾਰਿਆ ਗਿਆ। ਜਿਵੇਂ ਇੱਕ ਜ਼ਮਾਨੇ 'ਚ ਗੁਜਰਾਤ ਮਾਡਲ ਪ੍ਰਚਾਰਿਆ ਗਿਆ ਸੀ ਤੇ ਫਿਰ ਦਿੱਲੀ ਮਾਡਲ ਪ੍ਰਚਾਰਿਆ ਗਿਆ। ਤੇ ਪੰਜਾਬ ਦੇ ਵਿੱਚ ਵੀ ਮੇਰਾ ਖਿਆਲ ਹੈ ਸਭ ਤੋਂ ਵੱਡੀ ਗੱਲ, ਜੇਕਰ ਗਰੰਟੀਆਂ ਦੇ ਨਾਲ ਨਾਲ ਕੋਈ ਗੱਲ ਪ੍ਰਚਾਰੀ ਗਈ ਹੈ, ਇੱਕ ਮੌਕਾ ਦੇਣ ਦੇ ਨਾਲ ਨਾਲ ਪ੍ਰਚਾਰੀ ਗਈ ਹੈ, ਤਾਂ ਦਿੱਲੀ ਮਾਡਲ ਪ੍ਰਚਾਰਿਆ ਗਿਆ ਕਿ ਅਸੀਂ ਇੱਥੋਂ ਦੀ ਸਿੱਖਿਆ ਵਧੀਆ ਕਰ ਦਾਂਗੇ, ਅਸੀਂ ਸਿਹਤ ਵਧੀਆ ਕਰ ਦਾਂਗੇ। ਕੀ ਇਹ ਪਹਿਲਾਂ ਇਹਦਾ ਮਤਲਬ ਉਹ ਮਾਡਲ ਬਾਰੇ ਪੂਰੀ ਜਾਣਕਾਰੀ ਨਹੀਂ ਸੀ? ਪਹਿਲਾਂ ਉਹ ਸਕੂਲ ਨਹੀਂ ਸੀ ਦੇਖੇ ਹੋਏ? ਪਹਿਲਾਂ ਉਹ ਹਸਪਤਾਲ ਜਾਂ ਮੁਹੱਲਾ ਕਲੀਨਿਕ ਨਹੀਂ ਸੀ ਦੇਖੇ ਹੋਏ ਜਿਹੜੇ ਹੁਣ ਦੇਖਣ ਜਾਣ ਦੀ ਲੋੜ ਪੈ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ? ਔਰ ਉਹ ਲੋਕਾਂ ਨੂੰ ਮਤਲਬ ਸਮਝ ਨਹੀਂ ਆਉਂਦਾ। ਐਕਚੁਅਲੀ ਇਹਦੇ ਨਾਂ ਤੇ ਕਿਤੇ ਉਹ ਹੈ ਜਿਵੇਂ ਬਿਜਲੀ ਦੇ ਮੀਟਿੰਗ ਹੋਈ ਸੀ ਇੱਕ ਬਿਜਲੀ ਦੇ ਮਾਮਲੇ ਦੇ ਉੱਤੇ, ਉਦੋਂ ਭਗਵੰਤ ਮਾਨ ਸਾਹਿਬ ਪ੍ਰੈਜ਼ੀਡੈਂਟ ਨੂੰ ਤੇ ਵਾਈਸ ਪ੍ਰੈਜ਼ੀਡੈਂਟ ਨੂੰ ਮਿਲਣ ਚਲੇ ਗਏ ਤੇ ਬਾਅਦ ਚ ਅਫਸਰ ਕੇਜਰੀਵਾਲ ਉਹਨਾਂ ਦੀ ਮੀਟਿੰਗ 'ਚ ਬੈਠ ਗਏ ਤੇ ਜਿਹੜੀ ਮੀਟਿੰਗ ਦੀਆਂ ਉੱਥੋਂ ਰਿਪੋਰਟਾਂ ਆਈਆਂ ਨੇ ਕਿ ਆਹ ਗਰੰਟੀ ਕਿਵੇਂ ਕਰਨੀ ਹੈ, ਜਿਹੜੀ ਅਜੇ ਬਬਲਿੰਗ 'ਚ ਫਿਰਦੀ ਹੈ, ਮਤਲਬ ਉਹ ਵੀ ਕਲੀਅਰ ਕੱਟ ਨੋਟੀਫਿਕੇਸ਼ਨ ਦਾ ਕੁਝ ਨਹੀਂ ਪਤਾ। ਕਦੇ 7 ਲੱਖ ਕਿਲੋਵਾਟ ਸੀ, ਕਦੇ 2 ਲੱਖ ਕਿਲੋਵਾਟ, ਫਿਰ 1 ਲੱਖ ਕਿਲੋਵਾਟ ਤੇ ਹੀ ਆ ਗਿਆ। ਉਹ ਸਾਰਾ ਕੁਝ ਜਿਹੜਾ ਲਗਾਤਾਰ ਬਦਲਾਅ ਦੇ ਹਾਲਾਤ ਨੇ, ਉਹ ਬਦਲਾਅ ਮਤਲਬ ਫੈਸਲਿਆਂ 'ਚ ਹੋ ਰਹੇ ਨੇ। ਹਜੇ ਤਾਂ ਬਹੁਤ ਆਪੋ ਆਪਣੇ 'ਚ ਵੀ ਇੱਕ ਕਰ ਲਿਆ ਫਿਰ ਬਦਲ ਲਿਆ, ਇੱਕ ਕਰ ਲਿਆ ਫਿਰ ਬਦਲ ਲਿਆ, ਅਜੇ ਐਕਸ਼ਨ ਦੇ ਵਿੱਚ ਬਦਲਾਅ ਨਹੀਂ ਆ ਰਿਹਾ। ਲੋਕਾਂ ਦੇ ਮਨ 'ਚ ਇਹ ਗੱਲ ਜਾਣਾ ਸੁਭਾਵਿਕ ਹੈ। ਹਰ ਗੱਲ ਲਈ ਦਿੱਲੀ ਨੂੰ ਜਾਣ ਦਾ ਜਿਹੜਾ ਇੱਕ ਰਿਵਾਜ ਹੈ, ਇਹ ਸ਼ਾਇਦ ਪ੍ਰਸ਼ਾਸਨਿਕ ਤਰੀਕੇ ਨੂੰ ਠੀਕ ਕਰਨ ਦਾ, ਮੈਨੂੰ ਲੱਗਦਾ ਦੋ ਗੱਲਾਂ ਤੇ ਚੱਲ ਪਈ ਪਾਰਟੀ। ਜਾਂ ਦਿੱਲੀ ਨੂੰ ਜਾਣਾ, ਜਾਂ ਕੋਈ ਵੀ ਮੰਤਰੀ ਜਾ ਕੇ ਜਿੱਥੇ ਕਿਤੇ ਕੋਈ ਬੰਦਾ ਬੈਠਾ, ਜੇ ਤਹਿਸੀਲਦਾਰ ਬੈਠਾ ਤਹਿਸੀਲਦਾਰ ਤੱਕ ਜਾਣਾ। ਪ੍ਰਸ਼ਾਸਨਿਕ ਸੁਧਾਰ ਜਿਹੜਾ ਇਹਨਾਂ ਤੋਂ ਇਹ ਲੱਗਦਾ ਜੀ ਗਵਰਨੈਂਸ ਰਿਫਾਰਮ ਤਾਂ ਚਲੋ ਥੋੜੇ ਬਹੁਤ ਕੀਤੇ ਹੀ ਜਾ ਸਕਦੇ ਨੇ ਜੇ ਪ੍ਰਿੰਸੀਪਲੀ ਕੋਈ ਬਹੁਤ ਵੱਡੇ ਫੈਸਲੇ ਨਹੀਂ ਹੋਣਗੇ। ਗਵਰਨੈਂਸ ਰਿਫਾਰਮ ਦਾ ਮਤਲਬ ਹੈ ਕਿ ਤੁਹਾਡੇ ਉੱਪਰ ਤੋਂ ਹੇਠਾਂ ਤੱਕ ਅਫਸਰ ਜਵਾਬਦੇਹ ਹੋਣ। ਮੰਤਰੀ ਪ੍ਰਿੰਸੀਪਲ ਸੈਕਟਰੀ ਨੂੰ ਪੁੱਛੇ ਕਿ ਭਾਈ ਸਾਹਿਬ ਇਹ ਕੰਮ ਕਿਉਂ ਨਹੀਂ ਹੋਇਆ, ਮੈਂ ਤੇਰੀ ਜਵਾਬਦੇਹੀ ਲੈਣੀ ਹੈ। ਉਹ ਹੇਠਲੇ ਡਿਸਟ੍ਰਿਕਟ ਅਧਿਕਾਰੀ ਨੂੰ ਪੁੱਛੇ, ਡਿਸਟ੍ਰਿਕਟ ਵਾਲਾ ਉਦੋਂ ਪੁੱਛੇ। ਉਹ ਢਾਂਚਾ ਨਹੀਂ ਅਜੇ ਬਣ ਪਾ ਰਿਹਾ। ਸਿੱਧਾ ਲਾਈਵ ਹੋਣ ਦਾ ਜਿਹੜਾ ਇੱਕ ਚਾਅ ਹੈ ਅਜੇ, ਉਹ ਕਾਫੀ ਜ਼ਿਆਦਾ ਚੱਲ ਰਿਹਾ।
ਔਰ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਮੈਨੂੰ ਲੱਗਦਾ ਪਹਿਲਾਂ ਰਿਵਿਊ ਅਸੀਂ ਆਪਣਾ ਕਰ ਲਿਆ, ਸਾਡੇ ਸਕੂਲਾਂ ਦੇ ਵਿੱਚ ਕਿਹੜੀਆਂ ਗੱਲਾਂ ਦੀਆਂ ਕਮੀਆਂ ਨੇ, ਕੀ ਇਨਫਰਾਸਟ੍ਰਕਚਰ ਦੀ ਕਮੀ ਆ ਅੱਜ ਵੀ ਪੰਜਾਬ ਦੇ ਸਕੂਲ 'ਚ। ਮੈਨੂੰ ਲੱਗਦਾ ਪੰਜਾਬ ਦੇ ਸਕੂਲਾਂ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਹੁਣ, ਜਿੰਨਾ ਪੈਸਾ ਉਹਨਾਂ ਤੇ ਲੱਗਿਆ ਹੈ, ਤੇ ਉਹਦੀ ਕੋਈ ਪ੍ਰੋਬਲਮ ਉਸ ਪੱਧਰ ਦੇ ਉੱਤੇ ਨਹੀਂ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ, ਜੇਕਰ ਤੁਸੀਂ ਉਹ ਗੱਲ ਕਰੋ ਤੇ ਕਿਉਂਕਿ ਲੱਗਿਆ ਹੀ ਉਹਦੇ ਤੇ ਪੈਸਾ, ਅਸਲ 'ਚ ਪੜ੍ਹਾਈ ਵਾਲੇ ਪਾਸੇ ਧਿਆਨ ਘੱਟ ਗਿਆ ਤੇ ਇਨਫਰਾਸਟ੍ਰਕਚਰ ਵਾਲੇ ਪਾਸੇ ਧਿਆਨ ਜ਼ਿਆਦਾ ਗਿਆ। ਔਰ ਉਹਦੇ ਵਿੱਚੋਂ ਫਿਰ ਤੁਸੀਂ ਪੜ੍ਹਾਈ ਕਿਵੇਂ ਕਰਾਉਣੀ ਹੈ, ਪੜ੍ਹਾਈ ਦਾ ਸਿਲੇਬਸ ਕੀ ਹੋਏਗਾ, ਸਿਲੇਬਸ ਤੇ ਬਾਰ-ਬਾਰ ਰੌਲਾ ਪੈਂਦਾ, ਉਹਦੇ ਤੇ ਸਾਡੀ ਅਜੇ ਤੱਕ ਸਹਿਮਤੀ ਨਹੀਂ ਬਣ ਰਹੀ। ਔਰ ਇਸੇ ਤਰ੍ਹਾਂ ਨਾਲ ਜਿਹੜੇ ਟੀਚਰ ਨੇ, ਜਿੰਨੇ ਟੀਚਰ ਹੈਗੇ, ਜੇ ਤੁਸੀਂ ਕਹਿੰਦੇ ਹੋ ਕਿ ਉਹ ਪੀਪਲ ਟੀਚਰ ਰੇਸ਼ੋ ਠੀਕ ਹੈ, ਤਾਂ ਉਹਦੀ ਰੈਸ਼ਨਲਾਈਜੇਸ਼ਨ ਕਿਵੇਂ ਕਰਨੀ ਹੈ। ਜਿਹੜੇ ਸ਼ਹਿਰੀ ਸਕੂਲਾਂ ਦੇ ਵਿੱਚ ਵਿਦ ਪੋਸਟਾਂ ਆ ਕੇ ਬੈਠੇ ਹੋਏ ਨੇ ਬੰਦੇ, ਜਿਹੜੇ ਪਿੰਡੂ ਦੂਰ ਦਰਾਡੇ ਨਹੀਂ ਜਾ ਰਹੇ, ਉਹਦੇ ਤੇ ਤਾਂ ਜੇ ਐਕਸ਼ਨ ਤੁਸੀਂ ਕਰਨਾ ਹੈ ਉਹ ਕਰ ਸਕੋਗੇ, ਨਹੀਂ ਕਰ ਸਕੋਗੇ ਕਿੰਨਾ, ਜਿਹਨੂੰ ਰੈਸ਼ਨਲਾਈਜੇਸ਼ਨ ਦੀ, ਜੇ ਵੀ ਹਰ ਸਕੂਲ ਦੇ ਵਿੱਚ ਬਰਾਬਰ ਦੇ ਟੀਚਰ ਹੋਣ। ਔਰ ਉਹ ਬਰਾਬਰ ਦੇ ਟੀਚਰ ਤਾਂ ਜਾਣਗੇ ਜੇਕਰ ਜਿਹੜੇ ਸਫਾਰਸੀ ਔਰ ਤਾਕਤਵਰ ਲੋਕ ਨੇ ਵੱਡੇ ਸ਼ਹਿਰਾਂ ਦੇ ਵਿੱਚੋਂ ਪੱਟ ਕੇ ਕਿਤੇ ਨਾ ਕਿਤੇ ਹੋਰ ਲਿਜਾਏ ਜਾਣਗੇ ਬਾਕੀ ਦੇ ਸਕੂਲਾਂ ਦੇ ਵਿੱਚ। ਫਿਰ ਇਹ ਹੈ ਕਿ ਟੀਚਰ ਸਮੇਂ ਤੇ ਆਉਂਦਾ ਹੈ, ਉਹ ਪੜ੍ਹਾਉਂਦਾ ਹੈ, ਨਹੀਂ ਪੜ੍ਹਾਉਂਦਾ, ਕਿਸ ਤਰੀਕੇ ਦਾ ਫੈਸਲਾ ਹੋਣਾ ਹੈ, ਉਹਦੇ ਤੇ ਅਜੇ ਤੱਕ ਕੋਈ ਰਿਵਿਊ ਮੀਟਿੰਗਾਂ ਜਾਂ ਬਾਕੀ ਚੀਜ਼ਾਂ ਨਹੀਂ ਮੇਰੇ ਖਿਆਲ ਨਾਲ। ਵੈਸੇ ਸਰਦਾਰ ਹਮੀਰ ਸਿੰਘ, ਮੈਨੂੰ ਇਹ ਜ਼ਰੂਰ ਦੱਸਿਓ ਕਿ ਸਰਕਾਰਾਂ ਨੇ ਸਭ ਤੋਂ ਕਾਬਲ ਅਫਸਰ ਐਜੂਕੇਸ਼ਨ ਖੇਤਰ 'ਚ ਲਾ ਰੱਖੇ ਸੀ। ਕ੍ਰਿਸ਼ਨ ਕੁਮਾਰ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਉਹ ਡੈਡੀਕੇਟਡ ਨੇ, ਓਨੈਸਟ ਨੇ, ਐਜੂਕੇਸ਼ਨ ਸਾਲਾਂ ਤੋਂ ਸਾਲਾਂ। ਮੈਨੂੰ ਉਹਨਾਂ ਦਾ ਵਿਵਾਦ ਸਿੱਖਵਾਂ ਨਾਲ ਵੀ ਯਾਦ ਆਉਂਦਾ ਹੈ, ਮੈਨੂੰ ਅੱਗੇ ਆ ਕੇ ਉਹਨਾਂ ਦਾ ਦੂਜੇ ਮੰਤਰੀਆਂ ਨਾਲ ਵੀ, ਜਿਹਦੇ ਵਿੱਚ ਇੱਕ ਹੋਰ ਮੰਤਰੀ ਦੀ ਬਲੀ ਹੋਈ ਸੀ ਸਾਡੇ ਅੰਮ੍ਰਿਤਸਰ ਦੇ ਸੀ, ਸੋਨੀ ਸਾਹਿਬ, ਮੈਨੂੰ ਉਹ ਸਾਰੇ ਯਾਦ ਆਉਂਦੇ। ਜੇਕਰ ਉਹਨਾਂ ਦੇ ਹੁੰਦਿਆਂ ਵੀ ਸਾਡੀ ਐਜੂਕੇਸ਼ਨ, ਸਰਕਾਰੀ ਐਜੂਕੇਸ਼ਨ ਦਾ ਮਿਆਰ ਵੱਡਾ ਨਹੀਂ ਹੋ ਸਕਿਆ, ਤੇ ਹੁਣ ਕਿਹੜਾ ਅਲਾਦੀਨ ਦਾ ਚਿਰਾਗ ਹੈ। ਤੁਸੀਂ ਕਹਿੰਦੇ ਬਿਲਡਿੰਗਸ ਠੀਕ ਨੇ, ਤੇ ਬਾਕੀ ਹੁਣ ਦਿੱਲੀ ਵਾਲਿਆਂ ਨੇ ਆਣ ਕੇ ਤਾਂ ਪੜ੍ਹਾ ਨਹੀਂ ਦੇਣਾ, ਇੱਥੇ ਕਰਨਾ ਤਾਂ ਸਾਨੂੰ ਹੀ ਪੈਣਾ। ਮੈਨੂੰ ਲੱਗਦਾ ਸਾਡੇ ਟੀਚਰਸ ਦੇ ਵਿੱਚ ਵੀ ਕਮੀ ਨਹੀਂ। ਉਹ ਮੇਰੇ ਤੇ ਰਾਸ਼ਨ ਪਾਣੀ ਲੈ ਕੇ ਸਵਾਰ ਹੋ ਜਾਣਗੇ, ਤੂੰ ਕਿੱਥੋਂ ਆ ਗਿਆ। ਸਾਡੇ ਟੀਚਰ ਵੀ ਯੂਨੀਅਨ ਬੜੀਆਂ ਤਗੜੀਆਂ ਹੈਗੀਆਂ ਨੇ, ਪਰ ਮੈਨੂੰ ਇਹ ਤੇ ਇੱਕ ਟਿੱਪਣੀ ਦੇ ਦਿਓ ਕਿ ਇਸ ਤੋਂ ਵੱਧ ਹੁਣ ਕਿੱਥੋਂ ਕੀ ਲੈ ਆਉਣਗੇ ਚੱਕ ਕੇ। ਕ੍ਰਿਸ਼ਨ ਕੁਮਾਰ ਤੋਂ ਵੱਡਾ ਅਫਸਰ ਵੀ ਹੈ ਕੋਈ ਜਿਹੜਾ ਕਰ ਸਕੇ ਕੁਝ? ਕ੍ਰਿਸ਼ਨ ਕੁਮਾਰ ਉਹਨਾਂ 'ਚ ਦੇਖੋ ਡੈਡੀਕੇਸ਼ਨ ਤੇ ਓਨੈਸਟੀ ਤੇ ਕੋਈ ਡਾਊਟ ਨਹੀਂ ਕਰਦਾ। ਮੈਂ ਦੇਖਦਾ 9 ਵਜੇ ਆ ਕੇ ਦਫ਼ਤਰ ਬਹਿੰਦੇ ਨੇ ਤੇ 9 ਵਜੇ ਤੱਕ, ਮਤਲਬ 12 ਘੰਟੇ ਕੋਈ IAS ਅਫਸਰ ਨਿੱਠ ਕੇ ਬੈਠੇ ਰੋਟੀ ਖਾਣ ਨਾ ਜਾਏ। ਇਹ ਘੱਟ ਹੀ ਅਫਸਰ ਇਸ ਲੈਵਲ ਦੇ ਹੈਗੇ ਨੇ ਜਿਹੜੇ ਕਮਿਟਮੈਂਟ ਦੇ ਲੈਵਲ ਤੇ ਨੇ, ਪਰ ਉਹ ਸਿੰਗਲ ਹੈਂਡਡ ਨੇ। ਕਿਸੇ ਦੀ ਸੁਣਦਾ, ਜਿਹੜਾ ਇੱਕ ਟੀਮ ਵਰਕ ਹੁੰਦਾ ਹੈ, ਜਿਹੜਾ ਇੱਕ ਇਸ ਲੈਵਲ ਤੇ ਹੁੰਦਾ, ਇੱਕ ਆਮ ਰਾਏ ਬਣਾਉਣੀ ਹੁੰਦੀ ਹੈ, ਇੱਕ ਮੋਟੀਵੇਟ ਕਰਕੇ ਇੱਕ ਟੀਮਾਂ 'ਚੋਂ ਸੈਟਅਪ ਬਣਾਉਣੇ ਹੁੰਦੇ ਨੇ, ਉਹਦੇ 'ਚ ਕਿਤੇ ਨਾ ਕਿਤੇ ਕਮੀ ਰਹੀ। ਸਾਡੇ ਦੋ ਸਟਰਕਚਰ ਬਣ ਗਏ ਐਜੂਕੇਸ਼ਨ ਦੇ ਵਿੱਚ। ਇੱਕ ਹੈਗਾ ਜਿਹੜਾ ਪ੍ਰੋਜੈਕਟ ਸਰਵ ਸਿੱਖਿਆ ਅਭਿਆਨ ਤੇ ਬਾਕੀ ਦਾ, ਇੱਕ ਹੈਗਾ ਓਰੀਜਨਲ ਜਿਹਦੇ 'ਚੋਂ BO ਲੱਗਦੇ ਨੇ, DO ਲੱਗਦੇ ਨੇ, DPI ਲੱਗਦੇ ਨੇ ਤੇ ਬਾਕੀ ਦੇ ਕੰਮ। ਜਿਹੜਾ ਸਰਵ ਸਿੱਖਿਆ ਅਭਿਆਨ ਵਾਲਾ ਕੰਪੋਨੈਂਟ ਆ ਉਹ ਪੈਸੇ ਵਾਲਾ ਕੰਪੋਨੈਂਟ ਹੈ, ਉਹਦੇ 'ਚ ਲਗਾਤਾਰ ਪੈਸੇ ਆਉਂਦੇ ਰਹੇ। ਤੇ ਫਿਰ ਜਿਹੜਾ ਚੂਜ਼ ਕੀਤਾ ਕ੍ਰਿਸ਼ਨ ਕੁਮਾਰ ਨੇ ਇੱਕ ਟੀਮ ਆਪਦੀ ਟੀਚਰਾਂ ਦੇ ਵਿੱਚੋਂ, ਸਕੂਲਾਂ ਦੇ ਵਿੱਚੋਂ ਲੈ ਕੇ ਆਏ, ਉਹ ਜ਼ਿਆਦਾ ਪਾਵਰਫੁਲ ਲੌਬੀ ਦੇ ਤੌਰ ਦੇ ਉੱਤੇ ਜਾਣ ਲੱਗੀ। ਤੇ DO ਨੂੰ ਵੀ ਕਈ ਵਾਰ ਮਹਿਸੂਸ ਹੁੰਦਾ ਸੀ ਕਿ ਮੈਂ DO ਕਾਹਦਾ ਜੇ ਮੇਰੀ ਗੱਲ ਨਹੀਂ ਬਣਨੀ। DPI ਦੀ ਬਾਕੀ ਦੀਆਂ ਚੀਜ਼ਾਂ ਦੇ ਵਿੱਚ ਵੀ ਇਹ ਕੁਝ ਫੰਕਸ਼ਨ ਦੇ ਵਿੱਚ ਪ੍ਰੋਬਲਮ ਵੀ ਹੁੰਦੀ ਹੈ। ਤੁਸੀਂ ਬਹੁਤ ਓਨੈਸਟ ਤੇ ਡੈਡੀਕੇਟਡ ਹੋ ਸਕਦੇ ਹੋ, ਪਰ ਐਜੂਕੇਸ਼ਨ ਵਰਗਾ ਧੰਦਾ ਜਿਹੜਾ ਇੱਕ ਕਿੱਤਾ ਹੁੰਦਾ ਹੈ, ਉਹਦੇ ਵਿੱਚ ਤੁਹਾਨੂੰ ਬਹੁਤ ਬੰਦਿਆਂ ਨੂੰ ਜ਼ਿਆਦਾ ਮੋਟੀਵੇਟ ਕਰਕੇ ਤੇ ਬਾਕੀ ਦੀਆਂ ਚੀਜ਼ਾਂ ਨਾਲ ਨਹੀਂ ਜਾਂਦੇ ਨੇ। ਇਹ ਠੀਕ ਹੈ ਕਿ ਮਿਨਿਸਟਰਾਂ ਨੇ ਪੈਸੇ ਖਾਣੇ ਚਾਹੇ ਤੇ ਮਿਨਿਸਟਰਾਂ ਦੇ ਨਾਲ ਉਹਦਾ ਪੰਗਾ ਪੈ ਗਿਆ ਇਸੇ ਗੱਲ ਕਰਕੇ ਕਿ ਪੈਸੇ ਖਾਦੇ ਨਹੀਂ ਜਾ ਸਕਦੇ। ਔਰ ਮੈਂ ਦੇਖਿਆ ਕਿ ਇੱਥੇ ਸੈਂਟਰਲ ਟੀਮ ਆਈ, ਰੋਣ ਦੀ ਹੱਦ ਤੱਕ ਮੇਰੇ ਬੱਚਿਆਂ ਨੂੰ 2 ਕਰੋੜ ਤਾਂ ਹੋਰ ਦੇ ਦਿਓ, ਜੇ ਦੇ ਦਿਓ, ਇਹ ਚੀਜ਼ਾਂ ਉਹਨੇ ਕੀਤੀਆਂ। ਇਸੇ ਨਾਲ ਇਨਫਰਾਸਟ੍ਰਕਚਰ ਵੀ ਸੁਧਰਿਆ, ਜਿਹੜਾ ਸਕੂਲਾਂ ਦੇ ਵਿੱਚ ਪੈਸਾ ਸਿੱਧਾ ਲੱਗ ਗਿਆ, ਤੇ ਨਹੀਂ ਤਾਂ ਇਹ ਵੀ ਰਸਤੇ 'ਚ ਖਾਦਾ ਜਾਂਦਾ। ਤੇ ਜਿਹੜੇ ਸਕੂਲ ਸੁੰਦਰ ਵੀ ਬਣੇ ਨੇ, ਪਰ ਜਿਹੜੀ ਪੜ੍ਹਾਈ ਦਾ ਮਾਮਲਾ, ਪੜ੍ਹਾਈ ਜਿਵੇਂ ਆਪਾਂ ਕਹਿੰਦੇ ਹਾਰਡਵੇਅਰ ਤਾਂ ਬਣਾਤਾ ਹੈ, ਸੌਫਟਵੇਅਰ ਨੂੰ ਠੀਕ ਕਰਨ ਦੇ ਵਾਸਤੇ ਇੱਕ ਸੌਫਟਵੇਅਰ ਦਾ ਇੱਕ ਅਲੱਗ ਪੈਮਾਨਾ ਹੈ। ਉਹ ਟੀਚਰ ਅੱਜ ਵੀ ਜੇਕਰ 1 ਲੱਖ ਟੀਚਰ ਹੈ, ਉਹ 'ਚ 35-40 ਹਜ਼ਾਰ ਟੀਚਰ ਮੋਟੀਵੇਟਡ ਹੈਗਾ। ਮੈਂ ਤੁਹਾਡੇ ਵੱਲ ਆਉਣਾ ਤੁਹਾਡੀ ਗੱਲ ਠੀਕ ਹੈ ਕਿ ਕੰਪਿਊਟਰ ਤਾਂ ਰੱਖਤਾ ਸਜਾ ਕੇ, ਉੱਤੇ ਹਾਰ ਵੀ ਪਾ ਲਿਆ, ਵੀ ਆ ਗਿਆ, ਲੇਕਿਨ ਉਹਦੇ ਅੰਦਰ ਸੌਫਟਵੇਅਰ ਹੈ ਨਹੀਂ। ਕੰਮ ਉਹਨੇ ਕਾਹਦੇ ਨਾਲ ਕਰਨਾ? ਭਾਸਕਰ ਸਾਹਿਬ, ਮਾਫੀ ਚਾਹੁੰਦਾ, ਤੁਹਾਨੂੰ 6-7-8 ਮਿੰਟ ਇੰਤਜ਼ਾਰ ਕਰਨੀ ਪਈ, ਪਰ ਵੈਸੇ ਮੈਂ ਦੇਖਿਆ ਤੁਸੀਂ ਸੀ ਨਹੀਂ ਕਰਦੇ, ਕਿਤੇ ਅੱਖਾਂ ਵੀ ਨਹੀਂ ਝਪਕਦੇ। ਮੈਨੂੰ ਤਾਂ ਕ੍ਰਿਸ਼ਨ ਕੁਮਾਰ ਨਾਲੋਂ ਡੈਡੀਕੇਟਡ ਤੁਸੀਂ ਲੱਗਦੇ ਹੋ। ਹੁਣ ਟਿੱਪਣੀ ਦਿਓ ਕੋਈ। ਦੇਖੋ, ਸਭ ਤੋਂ ਵੱਡੀ ਗੱਲ ਹੈਗੀ ਹੈ, ਜਿਸ ਤਰ੍ਹਾਂ ਹਮੀਰ ਸਿੰਘ ਜੀ ਨੇ ਕਿਹਾ ਕਿ ਸਕੂਲਾਂ ਦਾ ਤੁਸੀਂ ਬਿਲਡਿੰਗ, ਜਿੱਦਾਂ ਜਿਹੜੇ ਡਿਪਟੀ ਚੀਫ ਮਿਨਿਸਟਰ ਦਿੱਲੀ ਦੇ ਸੀਗੇ, ਤੁਹਾਨੂੰ ਯਾਦ ਹੋਏਗਾ ਇਲੈਕਸ਼ਨ ਕੈਂਪੇਨ ਦੇ ਦੌਰਾਨ ਉਹ 2-4 ਸਕੂਲਾਂ ਦੇ ਵਿੱਚ ਵੜ ਗਏ,
ਔਰ ਉਹਦੇ ਵਿੱਚ ਦੀਵਾਰਾਂ ਦਿਖਾਈ ਔਰ ਕਈ ਜਿਹੜਾ ਬਿਲਡਿੰਗਾਂ ਦਾ ਬੁਰਾ ਹਾਲ ਦਿਖਾਇਆ ਔਰ ਇਹ ਕਿਹਾ ਵੀ ਪੰਜਾਬ ਦੇ ਸਕੂਲਾਂ ਦਾ ਆਹ ਹਾਲ ਹੈ। ਉਸ ਟਾਈਮ ਦੇ ਸਿੱਖਿਆ ਮੰਤਰੀ ਨੇ ਇਸ ਗੱਲ ਦੇ ਓਬਜੈਕਸ਼ਨ ਕੀਤਾ ਵੀ ਤੁਸੀਂ ਹੁੰਦੇ ਕੌਣ ਹੋ, ਕਿਸ ਅਥਾਰਟੀ ਦੇ ਵਿੱਚ ਨਾਲ ਤੁਸੀਂ ਸਾਡੇ ਸਕੂਲਾਂ ਦੇ ਵਿੱਚ ਗਏ। ਹੁਣ ਗੱਲ ਉਸ ਤੋਂ ਗਾਂਹ ਨਿਕਲ ਗਈ ਹੈ, ਸਰਕਾਰ ਬਣ ਗਈ ਹੈ ਇਹਨਾਂ ਦੀ। ਦਿੱਲੀ ਮਾਡਲ ਖਾਸ ਕਰਕੇ ਐਜੂਕੇਸ਼ਨ ਔਰ ਹੈਲਥ ਸੈਕਟਰ ਵੇਚ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ। ਇਹ ਇੱਦਾਂ ਲੱਗਦਾ ਹੈ ਵੀ ਜਿਸ ਪ੍ਰੋਡਕਟ ਨੂੰ ਤੁਸੀਂ ਵੇਚ ਚੁੱਕੇ ਹੋ ਉਸ ਪ੍ਰੋਡਕਟ ਦੀ ਮੈਨੂਫੈਕਚਰਿੰਗ ਦੇ ਵਾਸਤੇ ਹੁਣ ਤੁਸੀਂ ਧਿਆਨ ਦੇ ਰਹੇ ਹੋ। ਯਾਨੀ ਜੇ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਜਾਂਦੇ ਨੇ ਸਕੂਲ ਦੇਖਣ ਤੇ ਇਹ ਚੀਜ਼ ਤੇ ਜਿਸ ਤਰ੍ਹਾਂ ਹਮੀਰ ਸਿੰਘ ਜੀ ਨੇ ਕਿਹਾ ਕਿ ਪਹਿਲੇ ਵੀ ਦੇਖੇ ਹੋਣੇ, ਗੱਲ ਸਕੂਲਾਂ ਦੀ ਸੁਧਾਰ ਦੀ ਹੁੰਦੀ ਹੈ ਤੇ ਬਿਲਡਿੰਗਾਂ ਤੱਕ ਸੀਮਿਤ ਨਹੀਂ। ਸਭ ਤੋਂ ਵੱਡੀ ਇੰਪੋਰਟੈਂਸ ਇਸ ਗੱਲ ਦੀ ਹੁੰਦੀ ਹੈ ਕਿ ਤੁਸੀਂ ਸਿਲੇਬਸ ਕਿੱਦਾਂ ਦਾ ਸੈੱਟ ਕਰਦੇ ਹੋ, ਟੀਚਰ ਦੀ ਕੁਆਲਿਟੀ ਕੀ ਹੈ, ਟੀਚਰ ਦੀ ਪੋਸਟਿੰਗ ਇਸ ਤਰੀਕੇ ਨਾਲ ਕੀਤੀ ਜਾਏ। ਉਹਨਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਟੀਚਿੰਗ ਜਾਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਇਹੀ ਹੈ ਵੀ ਘਰ ਦੇ ਕੋਲ ਟ੍ਰਾਂਸਫਰ ਹੋ ਜਾਏ, ਕਰ ਦਿਓ ਘਰ ਦੇ ਕੋਲ ਟ੍ਰਾਂਸਫਰ। ਔਰ ਉਹਨਾਂ ਨੂੰ ਇਸ ਗੱਲ ਦੀ ਸ਼ਿਓਰਿਟੀ ਜ਼ਰੂਰ ਦੇਣੀ ਪਏਗੀ ਕਿ ਤੁਸੀਂ ਵਧੀਆ ਤਰੀਕੇ ਨਾਲ ਕੰਮ ਕਰੋਗੇ। ਜੇ ਨਹੀਂ ਕਰੋਗੇ ਤੇ ਤੁਹਾਨੂੰ 100-200 ਕਿਲੋਮੀਟਰ ਦੂਰ ਟ੍ਰਾਂਸਫਰ ਮਾਰੀ ਜਾਏਗੀ, ਤੁਹਾਡੀ ਫੇਰ ਨਾ ਕਹਿਣਾ। ਯਾਨੀ ਸਿਸਟਮ ਨੂੰ ਸੁਧਾਰਨ ਵਾਸਤੇ ਦਿੱਲੀ ਜਾਣ ਦੀ ਲੋੜ, ਚਲੋ ਹੋਵਾਂ ਦਿੱਲੀ ਜਾਣਗੇ, ਕੁਝ ਹੋਰ ਵੀ ਕਰਕੇ ਆਣਗੇ, ਕਈ ਚੀਫ ਸੈਕਟਰੀ ਨਾਲ ਮੀਟਿੰਗਾਂ ਵੀ ਹੋਣਗੀਆਂ ਔਰ ਹੋਰ ਵੀ ਪੰਜਾਬ ਦੇ ਜਿਹੜੇ ਮਸਲੇ ਹੈਗੇ ਆ ਜਿਨ੍ਹਾਂ ਉੱਤੇ ਅੱਜ ਮੀਟਿੰਗ ਪੰਜਾਬ ਦੇ ਵਿੱਚ ਵੀ ਹੈਗੀ ਹੈ। ਜਿੱਦਾਂ ਆਪਾਂ ਪੰਚਾਇਤੀ ਲੈਂਡ ਦੀ ਗੱਲ ਕੀਤੀ ਸੀ, ਅੱਜ ਧਾਲੀਵਾਲ ਸਾਹਿਬ 11:30 ਵਜੇ ਮੀਟਿੰਗ ਕਰ ਰਹੇ ਨੇ। ਮੈਨੂੰ ਇਹ ਲੱਗਦਾ ਹੈ ਕਿ ਆ ਜਿਹੜੀ ਕਾਸਮੈਟਿਕ ਚੀਜ਼ਾਂ ਕਰਨ ਦੀ ਇਲਾਵਾ ਜਿਹੜੀ ਆਤਮਾ ਹੈ ਨਾ ਐਜੂਕੇਸ਼ਨ ਡਿਪਾਰਟਮੈਂਟ ਦੀ ਸੋਲ, ਉਹਨੂੰ ਖੰਗਾਲਣ ਦੀ ਲੋੜ ਹੈ ਤੇ ਪੰਜਾਬ ਦੀ ਬਿਹਤਰੀ ਵਾਸਤੇ ਐਜੂਕੇਸ਼ਨ ਸਿਸਟਮ ਦੀ ਆਤਮਾ ਨੂੰ ਠੀਕ ਕਰਨ ਦੀ ਲੋੜ ਹੈ। ਬਿਲਡਿੰਗਾਂ ਤੇ ਚਲੋ ਠੀਕ ਹੋ ਜਾਏਗੀ ਪੈਸੇ ਲਾ ਕੇ ਜਿੱਦਾਂ ਵੀ, ਲੇਕਿਨ ਸਿਸਟਮ ਨੂੰ ਠੀਕ ਕਰਨਾ ਹੈ। ਤੇ ਜੇ ਭਗਵੰਤ ਮਾਨ ਉਹਨਾਂ ਦਿੱਲੀ ਗਏ ਨੇ ਤੇ ਉਸ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਜਿਹਦੇ ਕਰਕੇ ਪੂਰੇ ਦੇਸ਼ ਦੇ ਵਿੱਚ ਇਹ ਗੱਲ ਲੋਕਾਂ ਦੇ ਵਿੱਚ ਗਈ ਹੋਈ ਹੈ ਕਿ ਦਿੱਲੀ ਦੇ ਵਿੱਚ ਐਜੂਕੇਸ਼ਨ ਔਰ ਹੈਲਥ ਸੈਕਟਰ ਦੇ ਵਿੱਚ ਵਾਕਈ ਕੰਮ ਹੋਇਆ। ਜੇ ਹੋਇਆ ਤੇ ਉਹਨੂੰ ਰੈਪਲੀਕੇਟ ਇੱਥੇ ਕਰਨ ਦੀ ਲੋੜ ਹੈ। ਜੇ ਸਹੀ ਤਰੀਕੇ ਨਾਲ ਰੈਪਲੀਕੇਟ ਕਰ ਪਾਉਂਦੇ ਨੇ ਤੇ ਇਹੀ ਮਾਡਲ ਅੱਗੇ ਚੱਲ ਕੇ ਹਿਮਾਚਲ, ਹਰਿਆਣਾ ਤੇ ਗੁਜਰਾਤ ਵੇਚਣ ਦੇ ਵਿੱਚ ਉਹਨਾਂ ਨੂੰ ਕੰਮ ਆਏ। ਭਾਸਕਰ ਸਾਹਿਬ, ਬਿਲਕੁਲ ਇਹਨੂੰ ਸ਼ਿਫਟ ਕਰਦੇ ਹੁਣ ਅੱਗੇ ਵੱਲ ਨੂੰ। ਅੱਜ 2-3 ਖਬਰਾਂ ਲੈਣੀਆਂ ਬੜੀਆਂ ਜ਼ਰੂਰੀ ਨੇ। ਜਦੋਂ ਪ੍ਰਿਯੰਕਾ ਗਾਂਧੀ ਕੋਲੋਂ ਇੱਕ ਤਸਵੀਰ ਖਰੀਦ ਲਈ ਜਾਂਦੀ ਆ, ਇੱਕ ਪੇਂਟਿੰਗ ਖਰੀਦ ਲਈ ਜਾਂਦੀ ਹੈ ਔਰ ਉਹ ਯੈਸ ਬੈਂਕ ਤੇ ਸਾਰਿਆਂ ਦੇ ਚੇਤਿਆਂ 'ਚ ਹੋਣਾ ਹੀ ਆ, ਕਿਉਂਕਿ ਹੈ ਜਦੋਂ ਕਿਸੇ ਨੂੰ ਜੈਸਮੈਨ ਕਹੀਏ ਤੇ ਨਾਲ ਯੈਸ ਬੈਂਕ ਵੀ ਆਉਂਦਾ ਹੈ। ਉਹ ਕਹਿੰਦੇ ਈਡੀ ਨੇ ਚਾਰਜ ਸ਼ੀਟ ਜਿਹੜੀ ਦਾਖਲ ਕੀਤੀ ਭਾਸਕਰ ਸਾਹਿਬ, ਉਹਦੇ ਵਿੱਚ ਗਾਂਧੀ ਪਰਿਵਾਰ ਤੇ ਬੜੀ ਛੋਟਾ ਜਿਹਾ ਦੋਸ਼ ਲਾਤਾ ਹੈ ਤਾਂ 2 ਕਰੋੜ ਕੀ ਆਂਦਾ ਜੀ। ਤੇ ਉਹ ਕਹਿੰਦੇ ਜੀ ਮਰ ਗਏ ਬੰਦਿਆਂ ਦੇ ਆਧਾਰ ਤੇ ਲਾਈ ਜਾਂਦੇ ਹੋ, ਜਿਉਂਦੇ ਹੁੰਦਿਆਂ ਲਾਉਂਦੇ ਤੇ ਤੁਹਾਨੂੰ ਜਵਾਬ ਦਿੰਦੇ। ਉਂਝ ਵੈਸੇ ਇਹੋ ਜਿਹੀਆਂ ਗੱਲਾਂ ਸਾਡੇ ਬਾਦਲ ਸਾਹਿਬ ਤੇ ਪੰਜਾਬ ਦੇ ਖਜ਼ਾਨੇ ਚੋਂ ਹੀ ਬਾਹਰੋਂ ਇਲਾਜ ਕਰਾ ਰਹੇ। ਕਹਿੰਦੇ ਸੋਨੀਆ ਗਾਂਧੀ ਦੇ ਇਲਾਜ ਤੇ ਪੈਸੇ 2 ਕਰੋੜ ਲੱਗੇ। FM ਹਸੈਨ ਕੇ MF ਹਸੈਨ ਕੀ ਕਹਿੰਦੇ ਹੁੰਦੇ ਹੋ ਭਾਸਕਰ ਸਾਹਿਬ, ਦੱਸਿਓ ਜ਼ਰਾ। ਮੌਦਰੀ ਦੀਆਂ ਫੋਟੋਆਂ ਬਣਾਉਂਦੇ ਹੁੰਦੇ ਸੀ ਉਹ, ਇਹ ਮੈਂ ਤੁਹਾਨੂੰ ਦੱਸ ਦਿਆਂ, ਹੁਣ ਤੇ ਲੱਭ ਹੀ ਲਓਗੇ। ਦੇਖੋ, ਰਾਜਨੀਤੀ ਦੇ ਵਿੱਚ ਨਾ ਕਈ ਵਾਰ ਤੁਸੀਂ ਵੱਡੇ ਲੋਕਾਂ ਦੇ ਖਿਲਾਫ ਛੋਟੇ ਇਲਜ਼ਾਮ ਲਾਉਂਦੇ ਹੋ ਤੇ ਉਹਨਾਂ ਦਾ ਕੱਦ ਛੋਟਾ ਕਰਨ ਦੇ ਵਿੱਚ ਇਹ ਗੱਲਾਂ ਬੜੀ ਕਾਮਯਾਬ ਹੁੰਦੀ ਹੈ। ਹੁਣ ਆਰੋਪ ਲੱਗਿਆ ਹੈ ਕਿ ਰਾਣਾ ਕਪੂਰ ਜਿਹੜੇ ਯੈਸ ਬੈਂਕ ਦੇ ਸੀਗੇ, ਉਹਨਾਂ ਨੇ ਈਡੀ ਨੂੰ ਦੱਸਿਆ ਹੈ ਕਿ ਵੀ ਮੈਨੂੰ ਪ੍ਰਿਯੰਕਾ ਗਾਂਧੀ ਨੇ, ਸੋਨੀਆ ਗਾਂਧੀ ਨੇ ਜਾਂ ਗਾਂਧੀ ਪਰਿਵਾਰ ਨੇ ਮਜਬੂਰ ਕੀਤਾ ਕਿ MF ਹੁਸੈਨ ਦੀ ਆਹ ਪੇਂਟਿੰਗ ਤੁਸੀਂ 2 ਕਰੋੜ 'ਚ ਖਰੀਦੋ। ਔਰ ਕਹਿੰਦੇ ਸੋਨੀਆ ਗਾਂਧੀ ਦਾ ਉਸ ਟਾਈਮ ਹਸਪੀਟਲ ਦਾ ਕੋਈ ਬਿੱਲ ਵੀ ਸੀਗਾ, ਉਹਦਾ ਵੀ ਕੋਈ ਇਹਦੇ ਨਾਲ ਕੋਈ ਲੈਣਾ ਦੇਣਾ ਹੈ। ਇਲਜ਼ਾਮ ਛੋਟੇ ਜ਼ਰੂਰ ਨੇ ਪਰ ਜਦ ਗਾਂਧੀ ਪਰਿਵਾਰ ਦੇ ਉੱਤੇ ਲੱਗਦੇ ਨੇ ਤੇ ਇਲਜ਼ਾਮ ਵੱਡੇ ਲੱਗ ਜਾਂਦੇ ਨੇ। ਔਰ ਜਵਾਬ ਉੱਥੋਂ ਵੀ ਆ ਗਿਆ ਕਿ ਇਹ ਪੋਲੀਟੀਕਲ ਵੈਂਡੇਟਾ ਹੈਗਾ, ਸਾਡੇ ਪਰਿਵਾਰ ਨੂੰ ਜਾਂ ਕਾਂਗਰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈਗੀ ਹੈ। ਇਹ ਕੋਸ਼ਿਸ਼ਾਂ ਤੇ ਕਾਫੀ ਟਾਈਮ ਤੋਂ ਚੱਲ ਰਹੀਆਂ। ਭਾਵੇਂ ਗਾਂਧੀ ਪਰਿਵਾਰ ਮੋਦੀ ਉਹਨਾਂ ਦੇ ਉੱਤੇ ਇਲਜ਼ਾਮ ਲਾਉਣ ਜਾਂ ਇਲੈਕਸ਼ਨ ਦੇ ਵਿੱਚ ਨਾਰੇ ਲਾਉਣ ਚੌਕੀਦਾਰ ਚੋਰ ਹੈ, ਜਾਂ ਫਿਰ ਗਾਂਧੀ ਪਰਿਵਾਰ ਦੇ ਉੱਤੇ ਇਲਜ਼ਾਮ ਲੱਗਣ ਕਿ 2 ਕਰੋੜ ਦੀ ਪੇਂਟਿੰਗ ਖਰੀਦਾਤੀ। ਇਹ ਇੱਕ ਰਾਜਨੀਤੀ ਦਾ ਪਾਰਟ ਹੈ, ਇਹ ਗੱਲਾਂ ਤੁਰੀ ਰਹਿਣੀ ਹੈ। ਅਸੀਂ ਵੀ ਬਹੁਤਾ ਇਸ ਗੱਲਾਂ ਨੂੰ ਗੰਭੀਰਤਾ ਨਾਲ ਲਵਾਂਗੇ। ਨਹੀਂ ਭਾਸਕਰ ਸਾਹਿਬ, ਗੰਭੀਰਤਾ ਨਾਲ ਆਪਾਂ ਇਸ ਕਰਕੇ ਲੈਣਾ ਵੀ ਇਹ ਵਿਅੰਗ ਵੀ ਆ ਪਰਿਸਥਿਤੀਆਂ ਦਾ। ਗੱਲ ਹੈ ਕਰਪਸ਼ਨ ਦੇ ਤਰੀਕਾਕਾਰ ਕੀ ਹੋ ਸਕਦੇ ਆ। ਜੇ ਇਹ ਸੱਚ ਆ, ਆਪਾਂ ਨਹੀਂ ਕਹਿੰਦੇ ਅਜੇ ਅਦਾਲਤਾਂ ਦੇ ਵਿੱਚ ਇਹਦੇ ਸਾਬਤ ਹੋਣਾ, ਪਰ ਅਗਲਾ ਦੋਸ਼ ਤਾਂ ਲਾਤੇ ਨਾ। ਮੈਂ ਸਰਦਾਰ ਹਮੀਰ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ, ਹਾਲਾਂਕਿ ਇਹ ਉਹ ਕਾਂਗਰਸ ਹੈ ਜਿਹੜੀ ਕਾਂਗਰਸ ਹੁਣ ਹੱਥ ਖੜੇ ਕਰ ਗਈ ਵੀ ਹੁਣ ਪ੍ਰਸ਼ਾਂਤ ਕਿਸ਼ੋਰ ਲਿਆਓ, ਇੱਥੇ ਮੈਨੇਜਮੈਂਟ ਨਾਲ ਹੀ ਗੱਲ ਚੱਲਣੀ, ਜਿਹੜੀ ਕਦੇ ਦੇਸ਼ ਦੇ ਕਲਚਰ ਨਾਲ ਤੁਰਦੀ ਸੀ। ਔਰ ਹਰੇਕ ਸਟੇਟ ਦੇ ਵਿੱਚ ਉਹਦੀਆਂ ਆਪਣੀਆਂ ਸ਼ਾਖਾਵਾਂ ਤੇ ਜਿਹੜੇ ਉਹਦੀ ਸਟੇਟ ਦੀ ਪ੍ਰਤੀਨਿਧਨ ਜਮਾਤ ਹੁੰਦੀ ਸੀ, ਉਹ ਉੱਥੋਂ ਦੇ ਖੇਤਰੀ ਪਾਰਟੀਆਂ ਨਾਲ ਮੜਿਕਦੀ ਸੀ ਔਰ ਉਹ ਉੱਥੋਂ ਦੇ ਖੇਤਰ ਦੇ ਪ੍ਰਤੀਨਿਧ ਵੀ ਰਹੇ ਆ ਕਾਂਗਰਸੀ। ਕੈਰੋਂ ਦੀ ਗੱਲ ਕਰ ਲਈਏ, ਉਸ ਤੋਂ ਬਾਅਦ ਕਈ ਚੀਜ਼ਾਂ ਵਾਪਰੀਆਂ।
ਸਰਦਾਰ ਹਮੀਤ ਸਿੰਘ ਮੈਨੂੰ ਇਹ ਜ਼ਰੂਰ ਦੱਸ ਦਿਓ ਕਿ ਜਦੋਂ FM ਹੁਸੈਨ ਵਰਗੇ, ਪਹਿਲਾਂ ਮੈਂ ਥੋੜਾ ਮਜ਼ਾਹੀਆ ਸੀ, ਪਹਿਲੀ ਗੱਲ ਤੇ ਇਹ ਵੀ ਸਾਡੇ ਇੱਥੇ ਪੰਜਾਬ 'ਚ ਬੜੇ ਬੜੇ ਜਰਨੈਲ ਸਿੰਘ ਵਰਗੇ, ਸੋਭਾ ਸਿੰਘ ਵਰਗੇ ਬੜੇ ਵੱਡੇ ਚਿੱਤਰਕਾਰ ਹੋਏ ਆ, ਉਹਨਾਂ ਦੀ ਤੇ ਕਦੇ ਕੋਈ ਕਰੋੜਾਂ 'ਚ ਵਿਕੀ ਨਹੀਂ। ਇਹ ਊਲ ਜਲੂਲ ਵੀ ਕਈ ਵਾਰੀ ਜਦੋਂ ਮੈਂ ਅਰਬਾਂ 'ਚ ਤੇ ਕਰੋੜਾਂ 'ਚ ਵਿਕਦੇ ਵੇਖਦਾ, ਅੱਛਾ ਇਹ ਕਿਹੜੀ ਇੱਕ ਅਲੀਟ ਕਲਾਸ ਹੈ ਜਿਹੜੀ ਪਹਿਲਾਂ ਇਦਾਂ ਦੇ ਬੰਦੇ, ਇਸ ਤਰ੍ਹਾਂ ਦੇ ਕਿਰਦਾਰ ਘੜ ਲੈਂਦੀ ਆ ਤੇ ਫਿਰ ਉਹਨਾਂ ਦੇ ਘੜੇ ਹੋਏ ਅੱਗੇ ਨਕਸ਼ੇ ਉਹ ਕਰੋੜਾਂ 'ਚ ਵਿਕਦੇ ਆ। ਮੈਨੂੰ ਪਹਿਲਾਂ ਤਾਂ ਇਹ ਇਬਾਰਤ ਸਮਝਾਓ, ਤੇ ਫਿਰ ਗਾਂਧੀ ਪਰਿਵਾਰ ਦੇ ਉੱਤੇ ਦੋਸ਼ ਹੀ ਲਾਇਆ ਕਿ ਹੋ ਵੀ ਸਕਦਾ ਜੀ। ਅਸਲ ਦੇ ਵਿੱਚ ਇਹ ਜਿਹੜੀ ਬ੍ਰਾਂਡਿੰਗ ਹੁੰਦੀ ਹੈ ਚੀਜ਼ਾਂ ਦੀ, ਤੇ ਜੇ ਬ੍ਰਾਂਡ ਦਾ ਠੱਪਾ ਲੱਗ ਜਾਂਦਾ ਤੇ ਉਹਦੀ ਕੀਮਤ ਅਲੀਟ ਵਾਲੀ ਬਣ ਜਾਂਦੀ ਹੈ। ਤੇ ਬ੍ਰਾਂਡ ਲਾ ਦਿਓ, ਜਿਵੇਂ ਬਾਟਾ ਤੇ ਲਿਬਰਟੀ ਦੀਆਂ ਜੁੱਤੀਆਂ ਬਣਦੀਆਂ ਨੇ ਨਾ, ਉਹ ਕਿਸੇ ਉਹੀ ਮੋਚੀਆਂ ਤੋਂ ਜਿੱਥੋਂ ਬਣਵਾਉਂਦੇ ਨੇ ਬ੍ਰਾਂਡ ਤੋਂ ਬਿਨਾਂ, ਉਹ ਉਦੋਂ 10ਵੇਂ ਹਿੱਸੇ 'ਚ ਵੀ ਦੇ ਦਿੰਦੇ ਨੇ, ਜਦੋਂ ਮਰਜ਼ੀ ਲੈ ਲਓ ਕਿਸੇ ਤੋਂ ਵੀ। ਜਲੰਧਰ 'ਚ ਬਥੇਰੀਆਂ ਬਣਦੀਆਂ ਨੇ ਇੱਥੇ ਜਿਹੜੇ ਉਧਰ ਉਧਰ ਜਾਂਦੇ ਨੇ। ਤੇ ਜਦ ਉਹਦੇ ਤੇ ਉਹ ਬ੍ਰਾਂਡ ਦਾ ਠੱਪਾ ਲੱਗ ਗਿਆ, ਕਿਉਂਕਿ ਹੁਣ ਬ੍ਰਾਂਡ ਦੀ ਦੁਨੀਆ ਹੈ, ਤੇ ਜਿਹੜੀ ਉਹ ਰਿਐਲਿਟੀ ਨਾਲ ਉਹਦਾ ਇਹੀ, ਜਿਵੇਂ ਉਹ ਜੈਨਰਿਕ ਦਵਾਈਆਂ ਦਾ ਉਹਦਾ ਦਵਾਈ ਉਸੇ ਸਾਲਟ ਵਾਲੀ ਲੈਣੀ ਹੋਵੇ ਤਾਂ ਬਹੁਤ ਸਸਤੀ ਪੈਂਦੀ ਹੈ, ਤੇ ਜਦੋਂ ਬ੍ਰਾਂਡ ਲੱਗਦਾ ਉੱਤੇ ਸਿਪਲਾ ਦਾ ਕਿਸੇ ਦਾ, ਤੇ ਉਹ ਬਹੁਤ ਵੱਡੀ ਬਣ ਜਾਂਦੀ ਹੈ। ਇਸੇ ਤਰੀਕੇ ਨਾਲ ਇਹ ਜਿਹੜੇ ਸੈਟਅਪ ਹੁਣ ਸਾਡੇ ਬਣ ਰਹੇ ਨੇ, ਕਿਉਂਕਿ ਪੇਂਟਿੰਗ ਜੋ ਕਹਿੰਦੇ ਅਸੀਂ ਕਲਾ ਪ੍ਰੇਮੀ ਆ, ਬਹੁਤ ਵਾਰ ਸਾਡੇ ਅਮਰਤਾ ਸ਼ੇਰ ਗਿੱਲ ਦੀਆਂ ਬਹੁਤ ਕਰੋੜਾਂ 'ਚ ਵਿਕ ਰਹੀਆਂ ਨੇ, ਜਿਹੜੀ ਸਾਡੇ ਪੇਂਟਿੰਗ ਦੇ ਉਸ ਮਾਮਲੇ ਦੇ ਵਿੱਚ ਹੋਏ। ਪਰ ਇੱਕ ਉਹ ਐਲੀਟ ਕਲਾਸ ਹੈ, ਫਿਰ ਉਹ ਗੱਲਾਂ ਬਾਤਾਂ ਵੀ ਉਸੇ ਦੇ ਵਿੱਚ ਹੋਣੀਆਂ ਨੇ, ਉਸ ਹਾਈ ਕਲੱਬ ਦੇ ਵਿੱਚ ਬੈਠ ਕੇ ਕਿਹਨੇ ਕਿੰਨੇ ਦਾ ਕੀ ਖਰੀਦਿਆ, ਕਿਹਨੇ ਕਿੰਨੇ ਦਾ ਕੀ ਖਰੀਦਿਆ ਜੀ। ਪਰ ਮੈਨੂੰ ਇੱਕੋ ਗੱਲ ਚੰਗੀ ਲੱਗੀ ਇਹਦੇ ਵਿੱਚ, ਜਿਹੜਾ ਇਹ ਇਲਜ਼ਾਮ ਹੈ, ਚੰਗੀ ਇਹ ਲੱਗੀ ਕਿ ਇਹਦਾ ਮਤਲਬ ਇੰਨੀ ਓਨੈਸਟੀ ਹੈ ਇੱਕ ਪਰਿਵਾਰ ਦੇ ਵਿੱਚ ਵੀ ਸਾਡੇ ਕੋਲ 2 ਕਰੋੜ ਰੁਪਈਆ ਨਹੀਂ ਹੈ ਮੈਡਮ ਦੇ ਇਲਾਜ ਦੇ ਪੈਸੇ ਦੇਣੇ ਨੇ, ਤੇ ਜਿਹੜਾ ਬੰਦਾ MP ਬਣਿਆ, ਜਿਹੜਾ ਬੰਦਾ MP ਤੋਂ ਬਾਅਦ ਬਾਕੀ ਬਣਿਆ, ਉਹਦਾ ਤਾਂ ਇਲਾਜ ਹੀ ਫ੍ਰੀ ਹੈ, ਟੋਟਲੀ ਰੀਇੰਬਰਸ ਗਵਰਨਮੈਂਟਾਂ ਕਰਦੀਆਂ ਨੇ। ਸਾਡਾ ਮਤਲਬ ਟੋਟਲ MP ਤੇ ਉਹਦਾ ਪਰਿਵਾਰ ਸਿਕਿਉਰ ਹੈ ਇਲਾਜ ਦੇ ਮਾਮਲੇ ਦੇ ਵਿੱਚ, ਤਾਂ MLA ਤੇ ਉਹਦਾ ਪਰਿਵਾਰ ਸਿਕਿਉਰ ਹੈ। ਤੇ ਉਹਦੇ ਇਹ ਇਲਜ਼ਾਮ ਤਾਂ ਐ ਨਹੀਂ ਲੱਗਦਾ ਕਿ ਇਹ ਬਿੱਲ ਦੇਣ ਦੇ ਵਾਸਤੇ ਹੀ ਕੱਲੀ ਇਹ ਗੱਲ ਹੋਈ ਹੋਏਗੀ। ਬਾਕੀ ਰੂਟੀਨ ਦਾ ਇਹ ਕਲਚਰ ਹੈ, ਜ਼ਰੂਰੀ ਨਹੀਂ ਜਿਹਦੇ ਕੋਲ ਜ਼ਿਆਦਾ ਪੈਸੇ ਨੇ ਉਹ ਕਰੋੜ ਵੀ ਛੱਡਦਾ ਹੋਏ, 2 ਕਰੋੜ ਵੀ ਛੱਡਦਾ ਹੋਏ। ਔਰ ਜਿਵੇਂ ਇਕਨੋਮਿਕਸ 'ਚ ਲਾ ਆਫ ਯੂਟਿਲਿਟੀ ਹੈ ਨਾ, ਇਹ ਤੁਸ਼ਟੀਕਰਨ ਦਾ ਗੁਣ, ਉਹ ਕਹਿੰਦੇ ਪੈਸੇ ਤੇ ਲਾਗੂ ਨਹੀਂ ਹੁੰਦਾ, ਜਿੰਨਾ ਮਰਜ਼ੀ ਆਈ ਜਾਵੇ ਇਹ ਸੰਤੁਸ਼ਟੀ ਹੁੰਦੀ ਉਹ ਨਹੀਂ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ। ਔਰ ਉਹ ਸੰਤੁਸ਼ਟੀ ਪੈਸੇ ਵੀ ਜਿੱਧਰੋਂ 1 ਕਰੋੜ ਆਉਂਦਾ, 2 ਕਰੋੜ ਆਉਂਦਾ, ਮੈਨੂੰ ਤਾਂ ਇਹ ਲੱਗਦਾ 2 ਕਰੋੜ ਦੀ ਉਹ ਕਹਿੰਦੇ ਉਹਨੇ ਆਪ ਲੈ ਲਓ, ਆਮ ਕਰਦੇ ਨੇ ਲੋਕ ਇਹ ਕਿ ਆ ਤੈਨੂੰ ਠੇਕਾ ਦਵਾ ਦਿੰਦਾ ਫਲਾਨਾ, ਉਹਦੇ ਚੋਂ ਇੰਨੇ ਪੈਸੇ ਮੈਨੂੰ ਦੇ ਦੀ, ਤੈਨੂੰ ਮੈਂ ਆਹ ਚੀਜ਼ ਕਰ ਦਿੰਦਾ, ਮੈਨੂੰ ਦੇ ਦੀ। ਉਹ ਸਾਰੀਆਂ ਚੀਜ਼ਾਂ ਹੀ ਵਾਪਰ ਰਹੀਆਂ ਨੇ। ਇਸੇ ਕਰਕੇ ਅਮੀਰ ਪੋਲੀਟੀਸ਼ੀਅਨ ਲਗਾਤਾਰ ਅਮੀਰ ਹੋ ਰਿਹਾ ਤੇ ਬਾਕੀ ਲੋਕਾਂ ਤੱਕ ਉਹ ਗੱਲ ਨਹੀਂ ਜਾ ਰਹੀ। ਮਤਲਬ ਕਿਤੋਂ ਵੀ ਪੈਸਾ ਨਾ ਛੱਡਣ ਦਾ ਸਵਾਲ। ਜੇ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ, ਹੁਣ ਬਾਦਲਾਂ ਕੋਲ ਪੈਸਾ ਥੋੜਾ ਸੀ, ਜ਼ਰੂਰੀ ਥੋੜੀ ਹੈ ਕਿ ਰੋਜ਼ ਬੱਸਾਂ ਵੀ ਦਿਖਾਈ ਦੇਣ ਲੋਕਾਂ ਨੂੰ, ਮੈਂ ਬੱਸ ਵੀ ਖਰੀਦ ਲੈਣੀ ਆ, ਮੈਂ ਹੋਟਲ ਵੀ ਖਰੀਦ ਲੈਣਾ, ਮੈਂ ਸਾਰਾ ਕੁਝ ਆਪਣੇ ਤਰੀਕੇ ਦੇ ਨਾਲ ਕਰ ਲੈਣਾ। ਤੇ ਇੱਕ ਲਾਲਚ ਹੈ, ਇੱਕ ਖਾਹਿਸ਼ ਹੁੰਦੀ ਹੈ, ਇਹਦਾ ਕੋਈ ਮੇਰਾ ਖਿਆਲ ਹੈ ਤੋੜ ਨਹੀਂ। ਬਾਕੀ ਤਾਂ ਜੇ ਪਤਾ ਲੱਗੂਗਾ, ਅਜੇ ਤਾਂ ਇਹ ਸਾਬਤ ਹੋਣਾ ਕਿ 2 ਕਰੋੜ ਵਾਕਈ ਐਵੇਂ ਇਸ ਤਰੀਕੇ ਨਾਲ ਮੰਗਿਆ ਗਿਆ, ਨਹੀਂ ਮੰਗਿਆ ਗਿਆ, ਜਾਂ ਕੀ ਕੀਤਾ ਗਿਆ। ਔਰ ਮੈਨੂੰ ਨਹੀਂ ਲੱਗਦਾ ਕਿ ਵੈਸੇ ਸਰ ਜਿਹੜਾ ਨਹਿਰੂ ਗਾਂਧੀ ਪਰਿਵਾਰ ਆ ਕਿ 2-2 ਕਰੋੜ ਉਹਨੂੰ ਮੰਗਣਾ ਪਵੇ ਕਿਸੇ ਤੋਂ ਇਸ ਤਰੀਕੇ ਨਾਲ ਇਲਾਜ। ਇੰਨਾ ਚਿਰ ਦਾ ਸੱਤਾ 'ਚ ਕਿੰਨੇ ਕਰੋੜਾਂ ਦੀ ਜਾਇਦਾਦ ਅਰਬਾਂ ਦੀ ਕਿੱਥੇ ਕਿੱਥੇ ਕੀ ਹੋਣੀ ਹੈ, ਇਹ ਨਾਰਮਲ ਜੀ ਗੱਲ ਦਿਖਾਈ ਦਿੰਦੀ। ਨਹੀਂ ਪਰ ਸਰ ਤੁਸੀਂ ਤਾਂ ਬਹੁਤ ਘੁੰਮੇ ਫਿਰੇ ਹੋ, ਅੰਦਰ ਦੀਆਂ ਜਾਣਦੇ ਹੋ ਗੁੱਜੀਆਂ। ਮੈਨੂੰ ਇਹ ਦੱਸੋ ਵੀ ਜੇ ਅਗਲਿਆਂ ਨੇ ਫੂਲ ਪ੍ਰੂਫ ਨਾ ਕੀਤਾ ਹੋਊਗਾ, ਤੁਹਾਨੂੰ ਲੱਗਦਾ ਵੀ ED ਨੇ ਦਸਤਾਵੇਜ਼ਾਂ ਨਾਲ ਕੀਤੀ, ਇਹ ਵਿਕੀ ਤਾਂ ਹੋਊਗੀ, ਖਰੀਦੀ ਵੀ ਉਹਨੇ ਜਸ ਬੈਂਕ ਵਾਲੇ ਨੇ ਹੋਣੀ ਆ। ਤੇ ਮੇਰਾ ਖਿਆਲ ਭਾਵੇਂ ਵੱਡੀ ਗੱਲ ਨਹੀਂ ਵੀ 2 ਕਰੋੜ ਦੇ ਵਿੱਚ 30% ਦੇ ਹਿਸਾਬ ਨਾਲ 60 ਲੱਖ ਤੇ ਇਨਕਮ ਟੈਕਸ ਨੂੰ ਵੀ ਗਿਆ ਹੋਣਾ। ਇਹਦਾ ਮਤਲਬ ਹੈ ਕਿ ਕਾਗਜ਼ ਮੌਜੂਦ ਹੋ ਵੀ ਸਕਦੇ ਆ, ਲੇਕਿਨ ਹੁਣ ਇਹ ਬਣਾਇਆ ਗਿਆ ਕਿ ਮੇਰੇ ਕੋਲ ਧੱਕੇ ਨਾ ਮਤਲਬ ਵੀ ਤੈਨੂੰ ਜਿਹੜਾ ਉਹ ਭੂਸ਼ਣ ਦੇਾਂਗੇ ਕਿ ਪਦਮ ਸ਼੍ਰੀ ਦੇਾਂਗੇ, ਕੋਈ ਵੀ ਕਿਹਾ। ਸੋ ਇਹਨੂੰ ਹੁਣ ਭ੍ਰਿਸ਼ਟਾਚਾਰ ਵਾਲੇ ਪਾਸੇ ਨੂੰ ਲੈਣ ਦਾ ਵੈਸੇ ਜੈਨੂਇਨ ਤਰੀਕੇ ਨਾਲ ਤਾਂ ਮਤਲਬ ਵਿਕੀ ਤਾਂ ਹੋ ਸਕਦੀ ਹੈ, ਵੇਚੀ ਉਹਨਾਂ ਨੇ, ਪੈਸੇ ਵੀ ਲਏ ਹੋ ਸਕਦੇ, ਤਾਂ ਹੀ ਕੋਈ ਗੱਲ। ਇਹ ਵੀ ਸੰਭਵ ਹੈ ਕਿ ਉਹਨੇ ਤਾਰੀਫ ਕਰਕੇ ਹੀ ਲਈ ਹੋਵੇ ਵੀ ਇਹ ਤਾਂ ਕਮਾਲ ਦੀ ਗੱਲ ਹੈ ਜੀ, ਮੈਨੂੰ ਸੇਵਾ ਲਾਓ। ਹਾਂ, ਉਦੋਂ ਤਾਂ ਜੇ ਕੋਈ ਫਾਇਦਾ ਲੈਣਾ ਹੋਵੇ, ਮਤਲਬ ਜਦ ਤੁਸੀਂ ਬਿਜ਼ਨਸਮੈਨ ਤੇ ਦੂਜਾ ਮਿਲੇ ਹੁੰਦੇ ਨੇ, ਜਦੋਂ ਫਾਇਦਾ ਲੈਣਾ, ਹੁਣ ਤਾਂ ਫਸੇ ਦੀ ਵੀ ਗੱਲ ਹੁੰਦੀ ਹੈ ਨਾ ਕਈ ਵਾਰ ਜਾ ਕੇ, ਕਿ ਉਦੋਂ ਬੰਦਾ ਕਹਿੰਦਾ ਵੀ ਹੁਣ ਆਪਾਂ ਇਲਜ਼ਾਮ ਲਾ ਦੋ। ਰਲ ਮਿਲ ਕੇ ਵੀ ਮਲਾਈ ਖਾਣ ਦਾ ਇੱਕ ਤਰੀਕਾ ਹੁੰਦਾ, ਤੁਸੀਂ ਮੈਨੂੰ ਪਦਮ ਭੂਸ਼ਣ ਦੇ ਦਿਓ ਤੇ ਮੈਂ ਆਹ ਚੀਜ਼ ਜ਼ਰੂਰ ਕਰ ਲੈਣਾ ਇਸ ਲੈਵਲ ਦੀ, ਤੇ ਇਹ ਕੀਤੀ ਜਾ ਸਕਦੀ, ਕੋਈ ਅਣਹੋਣੀ ਨਹੀਂ ਗੱਲ ਹੋਏਗੀ, ਪਰ ਸਾਬਤ ਹੋਣੀ ਅਜੇ ਬਾਕੀ ਹੈ। ਵੈਸੇ ਇਹ ਗੱਲ ਭਾਸਕਰ ਸਾਹਿਬ ਨਾਂ ਲੈ ਕੇ ਨਹੀਂ ਕਰਨੀ, ਪਰ ਮੈਂ ਗੱਲ ਤੁਹਾਡੀ ਗੇਂਦ ਤੁਹਾਡੇ ਵੱਲ ਸੁੱਟਣ ਲੱਗਿਆ।
ਵੀ ਉਂਝ ਤਾਂ ਸਾਡੇ ਇਨਕਲਾਬੀਆਂ ਤੇ ਵੀ ਦੋਸ਼ ਆਉਂਦੇ ਰਹੇ ਆ ਵੀ ਇਹਨਾਂ ਨੇ ਰਾਜ ਸਭਾ ਦੇ ਵਿੱਚ ਬੰਦੇ ਭੇਜੇ ਤੇ ਉਹਦੇ ਵਿੱਚ ਵੀ ਕੋਈ ਜਮਾ ਘਟਾਓ ਅਜੇ, ਹਾਲਾਂਕਿ ਕੋਈ ਇਦਾਂ ਦੀਆਂ ਗੱਲਾਂ ਗਾਂ ਤੁਰੀਆਂ ਨਹੀਂ, ਕਿਉਂਕਿ ਕਿਹੜਾ ਕਿਸੇ ਦਾ ਕੋਈ ਇਤਿਹਾਸ ਹੁੰਦਾ ਤੇ ਕਿਹੜਾ ਕੋਈ ਇਹਦਾ ਸਬੂਤ ਹੁੰਦਾ। ਮਰੇ ਮੁਕਰੇ ਦਾ ਕੋਈ ਗਵਾਹ ਨਹੀਂ ਤੇ ਉਹ ਸਾਥੀ ਕੋਈ ਨਹੀਂ, ਹੈ ਨਾ। ਦੱਸਿਓ ਜ਼ਰਾ ਮੈਨੂੰ। ਅੱਛਾ, ਇਹ ਗੱਲ ਇੱਕ ਹੋਰ ਚੀਜ਼ ਆ, ਪ੍ਰਸ਼ਾਂਤ ਕਿਸ਼ੋਰ ਹੁਣ ਜਿੰਦਾ ਕਰ ਸਕਦਾ? ਤੁਸੀਂ ਮੈਨੂੰ ਦੱਸਿਆ ਸੀ ਕਹਿੰਦੇ ਚੰਡੀਗੜ੍ਹ ਨੂੰ ਉਹਨੇ ਟਿਕਟ ਬੁੱਕ ਕਰਾਈ ਹੋਈ ਪ੍ਰਸ਼ਾਂਤ ਕਿਸ਼ੋਰ ਨੇ। ਇੱਥੇ ਤੇ ਅੱਗੇ ਹੀ ਬੜੇ ਲੜੇ ਬੈਠੇ ਆ, ਉਹ ਘਸੁੰਨ ਮੁੱਕੀ ਨਾ ਹੋ ਜਾਣਾ ਇੱਥੇ ਆ ਕੇ, ਕਿਉਂਕਿ ਅੱਗੇ ਵੀ ਉਹਨੇ ਤਜਰਬਾ ਤਾਂ ਕਰਕੇ ਵੇਖ ਹੀ ਲਿਆ ਅਮਰਿੰਦਰ ਸਿੰਘ ਦੇ ਵੇਲੇ ਜਾਂਦੀ ਵਾਰੀ। ਨਹੀਂ, ਬਿਲਕੁਲ ਠੀਕ ਗੱਲ ਹੈ। ਪ੍ਰਸ਼ਾਂਤ ਕਿਸ਼ੋਰ ਦੀ ਜਿੱਥੇ ਤੱਕ ਗੱਲ ਹੈ, ਇੱਕ ਹਫ਼ਤੇ ਦੇ ਅੰਦਰ ਅੰਦਰ ਕਾਂਗਰਸ ਦੇ ਵਿੱਚ ਬਹੁਤ ਵੱਡਾ ਰੀਵੈਂਪ ਹੋਣ ਵਾਲਾ ਹੈ ਔਰ G23 ਦੇ ਨਾਲ ਵੀ ਇਸ ਮੁੱਦੇ ਤੇ ਗੱਲਬਾਤ ਚੱਲ ਰਹੀ ਹੈ। ਕਿਹਾ ਜਾਂਦਾ ਹੈ ਕਿ ਇੱਕ ਹਫ਼ਤੇ ਦੇ ਵਿੱਚ ਉਹ ਟੇਕ ਓਵਰ ਕਰ ਲੈਣਗੇ। ਟੇਕ ਓਵਰ ਕਿਸ ਕੈਪੈਸਿਟੀ ਦੇ ਵਿੱਚ ਕਰਨਗੇ? ਕਿ ਕਾਂਗਰਸ ਨੂੰ ਠੇਕੇ ਤੇ ਦੇ ਦੇਣਗੇ ਜਾਂ ਉਹ ਐਦਾਂ ਦਾ ਕੋਈ ਠੇਕਾ ਕਿ ਪੂਰੇ ਪੰਜਾਬ, ਪੂਰੇ ਦੇਸ਼ ਦੇ ਵਿੱਚ, ਜਿੱਦਾਂ ਅਖਬਾਰਾਂ ਦੇ ਵਿੱਚ ਸੁਰਖੀਆਂ ਛਪੀਆਂ ਕਿ ਉਹ ਕਹਿੰਦੇ 200 ਸੀਟਾਂ ਦੇ ਉੱਤੇ ਐਮਫਸਾਈਜ਼ ਕਰੋ, 200 ਸੀਟਾਂ ਦੇ ਉੱਤੇ ਸਟਰੋਂਗ ਕੈਂਡੀਡੇਟ ਰੱਖੋ, ਬਾਕੀ ਜਿੰਨੀ ਸੀਟਾਂ ਹੈਗੀਆਂ ਖਾਸ ਕਰਕੇ 345 ਦੇ ਕਰੀਬ, ਉਹਦੇ ਉੱਤੇ ਤੁਸੀਂ ਟਾਈ ਅਪ ਕਰੋ। ਔਰ ਉਸ ਟਾਈ ਅਪ ਦੇ ਏਮ ਨਾਲ ਉਹ ਅੱਜ ਬੈਠੇ ਹੋਏ ਨੇ ਜਿਹੜੇ ਤੇਲੰਗਾਨਾ ਸਾਈਡ, ਉੱਥੇ ਉਹ ਗੱਲਬਾਤ ਕਰ ਰਹੇ ਨੇ ਵੀ ਕਿਸ ਤਰੀਕੇ ਨਾਲ, ਕਿਉਂਕਿ ਉੱਥੇ ਵੀ ਆਉਣ ਵਾਲੇ ਟਾਈਮ ਵਿੱਚ ਬੜੀ ਜਲਦੀ ਚੋਣਾਂ ਹੋਣ ਵਾਲੀਆਂ ਤੇ ਪੂਰੇ ਦੇਸ਼ ਦੇ ਵਿੱਚ ਕਾਂਗਰਸ ਨੂੰ ਕਿੱਦਾਂ ਰਿਵਾਈਵ ਕਰਨਾ ਹੈ, ਇਹਦਾ ਇੱਕ ਕੰਟਰੈਕਟ ਕਹਿ ਲਓ, ਠੇਕਾ ਕਹਿ ਲਓ। ਹੁਣ ਉਹ ਠੇਕਾ ਜਿਹੜਾ ਹੈਗਾ ਤੁਸੀਂ ਉਸ ਆਰਗੇਨਾਈਜੇਸ਼ਨ ਦੇ ਪਾਰਟ ਬਣ ਕੇ ਲੈਂਦੇ ਹੋ ਜਾਂ ਫਿਰ ਜਿੱਦਾਂ ਪਹਿਲੇ ਲੈਂਦੇ ਰਹੇ ਨੇ ਉਦਾਂ ਲੈਣਗੇ। ਗੱਲ ਤੇ ਹੁਣ ਪਾਰਟ ਬਣਨ ਦੀ ਗੱਲ ਹੈਗੀ। ਉਹ ਕਹਿੰਦੇ ਮੈਂ ਪੈਸੇ ਲੈ ਕੇ ਕੰਮ ਬਹੁਤ ਕਰ ਲਏ, ਹੁਣ ਤੇ ਅੰਦਰ ਵੜ ਕੇ ਕੁੰਡੀ ਖੜਕਾਊਂਗਾ। ਔਰ ਤਕਰੀਬਨ ਉਹ ਆ ਚੁੱਕੇ ਨੇ ਕਾਂਗਰਸ ਦੇ ਵਿੱਚ। 4 ਤਰੀਕ ਦੀ ਜਿੱਥੇ ਤੱਕ ਗੱਲ ਕੀਤੀ ਹੈ, ਮੈਨੂੰ ਕਿਸੇ ਕਾਂਗਰਸ ਦੇ ਹੀ ਲੀਡਰ ਨੇ ਦੱਸਿਆ ਵੀ 4 ਤਰੀਕ ਨੂੰ ਉਹ ਚੰਡੀਗੜ੍ਹ ਆ ਰਹੇ ਨੇ। ਔਰ ਇਹ ਵੀ ਗੱਲ ਦੱਸੀ ਗਈ ਹੈ ਕਿ ਉਹ ਸਿੱਧੂ ਵਾਸਤੇ ਬੈਟਿੰਗ ਕਰ ਰਹੇ ਨੇ। ਉਹਨਾਂ ਨੇ ਜਿਹੜੀ ਕਾਂਗਰਸ ਹਾਈ ਕਮਾਨ ਨੂੰ ਆਪਣੀ ਗੱਲ ਪੇਸ਼ ਕੀਤੀ ਹੈ, ਉਹਦੇ ਵਿੱਚ ਇਹ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਜੇ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਕਾਂਗਰਸ ਦੇ ਰਾਹੀਂ ਉਹਨੂੰ ਸਪੋਰਟ ਕਰਦੇ ਹੋ ਜਾਂ ਉਹਨੂੰ ਸਟਰੋਂਗ ਕਰਦੇ ਹੋ ਤੇ ਅੱਗੇ ਚੱਲ ਕੇ ਆਮ ਆਦਮੀ ਪਾਰਟੀ ਦੇ ਨਾਲ ਮੁਕਾਬਲਾ ਕਰਨਾ ਹੈ, ਜਾਂ ਫਿਰ ਹਿਮਾਚਲ ਦੇ ਵਿੱਚ ਜਿੱਥੇ ਕਾਂਗਰਸ ਲੱਭ ਰਹੀ ਹੈ ਕਿ ਐਤਕੀ ਵਾਰੀ ਮੇਰੀ ਹੈ, ਉਸ ਵਾਰੀ ਦੇ ਵਿੱਚ ਜਿਹੜੀ ਅੜਿੰਗਾ ਪੈ ਰਿਹਾ ਉਹ ਆਮ ਆਦਮੀ ਪਾਰਟੀ ਦੀ ਐਂਟਰੀ ਕਰਕੇ ਪੈ ਰਿਹਾ। ਕਿਉਂਕਿ ਬਾਈ ਇਲੈਕਸ਼ਨ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਾਂਗਰਸ ਨੂੰ ਬੜੀ ਵੱਡੀ ਜਿੱਤ ਮਿਲੀ ਸੀ, ਪਰ ਹੁਣ ਸਮੀਕਰਨ ਉੱਥੇ ਵੀ ਬਦਲ ਰਹੇ ਨੇ ਤੇ ਹਰਿਆਣਾ ਦੇ ਵਿੱਚ ਵੀ ਬਦਲ ਰਹੇ ਨੇ। ਉਹਨਾਂ ਹਾਲਾਤਾਂ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਸਟ੍ਰੈਟਜੀ, ਉਹਦੀ ਐਂਟਰੀ ਔਰ ਅੱਗੇ ਚੱਲ ਕੇ ਕਾਂਗਰਸ ਨੂੰ ਕਿੱਦਾਂ ਰਿਵਾਈਵ ਕਰਨਾ ਹੈ, ਉਹਦੇ ਉੱਤੇ ਕਾਂਗਰਸ ਕਿੰਨਾ ਕੁ ਉਹਨਾਂ ਦੀ ਗੱਲਾਂ ਨੂੰ ਮੰਨਦੀ ਹੈ ਜਾਂ ਜਿਹੜਾ ਫਾਰਮੂਲਾ ਉਹਨਾਂ ਦੀ ਐਂਟਰੀ ਦਾ ਬਣ ਰਿਹਾ ਹੈ, ਸਾਰੀ ਗੱਲ ਤੇ ਉਹਦੇ ਉੱਤੇ ਡਿਪੈਂਡ ਕਰਦੀ ਹੈ। ਔਰ ਪਤਾ ਇਹ ਲੱਗਿਆ ਹੈ ਕਿ ਉਹਨਾਂ ਨੇ ਸੋਲ ਰਾਈਟ, ਯਾਨੀ ਸਟ੍ਰੈਟਜੀ ਬਣਾਉਣ ਦੇ ਤੇ ਉਹਦੇ ਐਗਜ਼ੀਕਿਊਸ਼ਨ ਦੇ ਸਾਰੇ ਰਾਈਟ ਪ੍ਰਸ਼ਾਂਤ ਕਿਸ਼ੋਰ ਨੂੰ ਦੇਣ ਦਾ ਮੰਨ ਲਿਆ, ਜਿਹਦੇ ਉੱਤੇ ਅਗਰ ਕੋਈ ਅੜੰਗਾ ਪਾ ਰਿਹਾ ਤੇ ਉਹ G23 ਪਾ ਰਿਹਾ। ਬਿਲਕੁਲ, ਇਹ ਪਤਾ ਲੱਗਿਆ ਕਿ ਉਹਨਾਂ ਨੇ ਨੈਸ਼ਨਲ ਲੈਵਲ ਤੇ ਇੱਕ ਰਣਨੀਤੀ ਤੇ ਉਹਦੇ ਸਮਾਨਾਂਤਰ ਸਟੇਟਾਂ ਦੇ ਵਿੱਚ ਇੱਕ ਰਣਨੀਤੀ ਦਾ ਇੱਕ ਵਾਰ ਰੂਮ ਜਿਹੜਾ ਤਿਆਰ ਕਰਨ ਦਾ ਮਨ ਬਣਾਇਆ। ਵੈਸੇ ਸਰਦਾਰ ਹਮੀਤ ਸਿੰਘ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਹੈ ਕਿ ਇੱਥੇ ਸੁਣਿਆ ਕਿ ਇਨਕਲਾਬ ਨਾਲ ਇਨਕਲਾਬ ਟਕਰਾਊਗਾ ਫੇਰ ਹੀ ਗੱਲ ਬਣੂਗੀ, ਮਾਡਲ ਨਾਲ ਮਾਡਲ ਟਕਰਾਊਗਾ, ਕਿਉਂਕਿ ਉਹ ਸਿੱਧੂ ਹੀ ਇਹ ਦੋਨੇ ਚੀਜ਼ਾਂ ਆਪਣੇ ਮੋਢੇ ਤੇ ਲੈ ਕੇ ਫਿਰਦੇ ਰਹੇ ਪਹਿਲਾਂ, ਤੇ ਉਦੋਂ ਵੀ ਕਾਂਗਰਸ ਨੇ ਉਹਨਾਂ ਦਾ ਚਿਹਰਾ ਨਹੀਂ ਵਰਤਿਆ। ਹੁਣ 2 ਚੀਜ਼ਾਂ ਬੜੀਆਂ ਅਹਿਮ ਰਹੀਆਂ ਪਿਛਲੇ ਦਿਨਾਂ ਦੇ ਵਿੱਚ। ਇੱਕ ਤਾਂ ਕੇਜਰੀਵਾਲ ਨੂੰ ਸਭ ਤੋਂ ਪਹਿਲਾਂ ਜਿਹੜੇ ਖੁਦਕੁਸ਼ੀਆਂ ਦੇ ਮੁੱਦੇ ਤੇ ਸਿੱਧੂ ਨੇ 2 ਦਿਨ ਪਹਿਲਾਂ ਘੇਰਿਆ, ਉਸ ਤੋਂ ਬਾਅਦ ਵੜਿੰਗ ਔਰ ਬਾਜਵਾ ਸਾਹਿਬ ਨੂੰ ਵੀ ਲੱਗਿਆ ਵੀ ਇਹ ਕੰਮ ਤੇ ਸਾਨੂੰ ਕਰਨਾ ਚਾਹੀਦਾ ਹੈ, ਸਿੱਧੂ ਸਾਹਿਬ ਨੇ ਕਰਤਾ। ਅਜੇ ਉਧਰੋਂ ਗੱਲ ਮੁੱਕੀ ਨਹੀਂ ਸੀ ਤੇ ਸਿੱਧੂ ਸਾਹਿਬ ਨੇ ਕਿਹਾ ਵੀ ਇਹ ਜਿਹੜੇ ਥਲਮਲ ਦੇ ਮਾਮਲੇ ਆ, ਪੰਜਾਬ 'ਚ ਬਿਜਲੀ ਦੇ ਕੱਟ ਆ, ਇਹਦੇ ਸੰਬੰਧੀ ਮੈਂ ਧਰਨਾ ਦੇਵਾਂਗਾ ਰਾਜਪੁਰੇ, ਤੇ ਨਾਲ ਹੀ ਰਾਜਪੁਰੇ ਵਾਲੇ ਜਿਹੜੇ MLA ਹੁੰਦੇ ਸੀਗੇ ਉਹ ਵੀ ਨਾਲ ਖੜੇ ਹੋ ਚੱਲੇ ਆ। ਸੋ ਮੈਨੂੰ ਇਹ ਦੱਸਿਓ ਕਿ ਇਹ ਜਿਹੜੀ ਖਾਨਾ ਜੰਗੀ ਪੰਜਾਬ ਦੇ ਵਿੱਚ ਜਿਹੜੀ ਅੱਗੇ ਜਾ ਕੇ ਮੈਨੂੰ ਲੱਗਦਾ ਜੇ ਸਿੱਧੂ ਨੂੰ ਪ੍ਰਸ਼ਾਂਤ ਕਿਸ਼ੋਰ ਆਪਣੇ ਨਾਲ ਤੋਰਨ 'ਚ ਸਫਲ ਹੋ ਜਾਂਦੇ ਆ ਤੇ ਆਮ ਆਦਮੀ ਪਾਰਟੀ ਕੁਝ ਗਲਤੀਆਂ ਕਰਦੀ ਆ ਤਾਂ ਜਿਹੜੀ ਲੋਕ ਸਭਾ ਦੀ ਹੋਣ ਵਾਲੀ ਇਲੈਕਸ਼ਨ ਆ ਉਹਦੇ 'ਚ ਮੁਕਾਬਲੇ ਗਹਿ-ਗਚ ਵੀ ਹੋ ਸਕਦੇ ਆ। ਲੇਕਿਨ ਫਿਲਹਾਲ ਕਾਂਗਰਸ ਦਾ ਕਲੇਸ਼ ਹੀ ਕਲੇਸ਼ ਆ, ਹੋਰ ਤਾਂ ਕੱਖ ਨਹੀਂ। ਇਹਦੇ ਤੇ ਟਿੱਪਣੀ ਦਿਓਗੇ? ਮੈਨੂੰ ਲੱਗਦਾ ਫਿਲਹਾਲ ਜਿਹੜਾ ਇਨਕਲਾਬ ਦਾ ਹੀ ਮਜ਼ਾਕ ਬਣਿਆ ਪਿਆ ਪੰਜਾਬ 'ਚ, ਤਾਂ ਮਤਲਬ ਇਨਕਲਾਬ ਦੇ ਸ਼ਬਦ ਦਾ ਮਜ਼ਾਕ ਬਣ ਗਿਆ ਵੀ ਉਹ ਹੈ ਕੀ ਨਹੀਂ ਹੈ ਨਾ। ਹਰ ਬੰਦਾ ਵੱਡਾ ਇਨਕਲਾਬੀ ਹੈ ਤੇ ਮਤਲਬ ਮਾੜਾ ਮੋਟਾ ਵੀ ਚਾਹੇ ਚੀਚੀ ਤੇ ਵੀ ਖੂਨ ਨਾ ਲੱਗਿਆ ਹੋਵੇ, ਕਦੇ ਮਾੜਾ ਮੋਟਾ ਵੀ ਕੱਟ ਨਾ ਲੱਗਿਆ ਹੋਵੇ, ਜਾਂ ਕਿਤੇ ਬਾਹਰ ਅਜੇ ਤਾਂ ਗਰਮੀ 'ਚ ਧਰਨੇ ਵੀ ਨਹੀਂ ਦੇਣੇ ਸ਼ੁਰੂ ਕੀਤੇ ਇਹਨਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਤਾਂ ਬਾਅਦ ਦੀ ਗੱਲ ਹੈ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਕੁਝ ਲੀਡਰ ਸੀਗੇ ਪੰਜਾਬ ਦੇ ਵਿੱਚ, ਜਿਵੇਂ ਨਵਜੋਤ ਸਿੱਧੂ ਵੀ ਇੱਕ ਨਾਮ ਹੈ ਉਹਦੇ 'ਚ ਜਿਹੜਾ
ਪਰ ਨਵਜੋਤ ਸਿੱਧੂ ਦਾ ਜਿਹੜਾ ਇੱਕ ਸਟਾਈਲ ਆਫ ਫੰਕਸ਼ਨਿੰਗ ਹੈ, ਪਿਛੋਕੜ ਪਿੱਛੇ ਲਗਾਤਾਰ ਚੱਲਦੇ ਦੀ ਗੱਲ ਹੈ। ਇੱਕ ਤਾਂ ਉਹਦੀ ਆਈਡੀਓਲੋਜੀਕਲ ਅਪਰੋਚ ਨੇ, ਜਿਹੜਾ ਪ੍ਰਸ਼ਾਂਤ ਕਿਸ਼ੋਰ ਸਟਾਈਲ ਵੀ ਮਾਡਲ ਹੈ ਨਾ, ਇਹ ਸਾਡੇ ਕੰਟਰੀ 'ਚ ਬਹੁਤਾ ਡਿਊਰੇਬਲ ਨਹੀਂ, ਇਹ ਨਹੀਂ ਚੱਲੇਗਾ, ਕਿਸੇ ਵੀ ਦੇਸ਼ 'ਚ ਨਹੀਂ ਚੱਲੇਗਾ ਜਿੰਨਾ ਮਰਜ਼ੀ। ਜੀ ਇਹ ਕੇਵਲ ਮੈਨੇਜਮੈਂਟ ਓਰੀਐਂਟੇਟਡ ਪ੍ਰੋਗਰਾਮ ਹੈ। ਮਨੁੱਖ ਮੈਨੇਜ ਨਹੀਂ ਹੁੰਦੇ, ਮਨੁੱਖੀ ਸਾਈਕੋਲੋਜੀ ਜਿਹੜੀ ਹੁੰਦੀ ਆ, ਮਨੋਵਿਗਿਆਨ ਹੁੰਦਾ ਹੈ, ਤੇ ਮਨੁੱਖ ਦੇ ਜਿਹੜੇ ਸਰੋਕਾਰ ਹੁੰਦੇ ਨੇ ਉਹ ਕੇਵਲ ਇਲੈਕਸ਼ਨ ਮਸ਼ੀਨਰੀ ਦੇ ਮੁਹਤਾਜ ਨਹੀਂ ਹੁੰਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜੇ ਅਸੀਂ ਅੰਦਾਜ਼ਾ ਲਾਈਏ, ਸੁਖਬੀਰ ਬਾਦਲ ਵੀ CEO ਬਣ ਕੇ ਆਇਆ ਸੀ, ਔਰ ਜਦੋਂ 2007 ਦੀ ਚੋਣ ਜਿੱਤੀ ਹੈ, ਇੰਨਾ ਲਿਖਿਆ ਅਖਬਾਰਾਂ ਨੇ ਵੀ ਕਮਾਲ ਕਰਤੀ, ਐਡੀ ਵੱਡੀ ਮੈਨੇਜਮੈਂਟ ਹੈ। ਫਿਰ 2012 ਕੁਦਰਤੀ ਤੁੱਕਾ ਲੱਗ ਗਿਆ, ਕਾਂਗਰਸੀ ਆਪ ਹਾਰੇ, ਆਪਣੀਆਂ ਸੀਟਾਂ ਆਪ ਹਰਵਾਈਆਂ ਉਹਨਾਂ ਨੇ ਅੱਧੀਆਂ। ਉਦੋਂ ਬਾਅਦ ਤਾਂ ਕਮਾਲ ਹੀ ਹੋ ਗਈ ਵੀ ਓਡਾ ਮੈਨੇਜਰ ਕੋਈ ਨਹੀਂ ਹੈ। ਆ 2 ਸਾਲ 2 ਇਲੈਕਸ਼ਨਾਂ ਦੇਖ ਲਓ ਤੁਸੀਂ ਮੈਨੇਜਮੈਂਟ ਦਾ ਹਾਲ। ਔਰ ਇਹ ਤਾਂ ਨਹੀਂ ਕੰਮ ਉਹਨੇ ਘੱਟ ਕੀਤਾ, ਇਹ ਤਾਂ ਨਹੀਂ ਉਹਨੇ ਆਪਣੀ ਮੈਨੇਜਮੈਂਟ ਨਹੀਂ ਕੀਤੀ, ਪੈਸੇ ਨਹੀਂ ਲਾਏ, ਉਮੀਦਵਾਰ ਪਹਿਲਾਂ ਨਹੀਂ ਖੜੇ ਕੀਤੇ। ਮਤਲਬ ਸਾਡਾ ਦਿੱਕਤ ਦੇਸ਼ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਪਾਰਟੀ ਨਾਲ ਟੱਕਰ ਹੈ ਨਾ, ਉਹ ਹਿੰਦੂਤਵ ਆਈਡੀਓਲੋਜੀ ਦੀ ਖੁੱਲ ਕੇ ਗੱਲ ਕਰਕੇ ਇੱਕ ਹਜੂਮ ਪੈਦਾ ਕਰ ਚੁੱਕੀ ਹੈ, ਇੱਕ ਮਾਈਂਡਸੈਟ ਪੈਦਾ ਕਰ ਚੁੱਕੀ ਹੈ ਇੱਕ ਸੈਟਅਪ ਦੇ ਵਿੱਚ। ਔਰ ਉਹਦੇ ਵਿੱਚ ਉਹਨੂੰ ਕਾਊਂਟਰ ਕਿਸੇ ਆਈਡੀਓਲੋਜੀਕਲ ਅਪਰੋਚ ਨਾਲ ਕਰਨਾ ਪਏਗਾ, ਉਹਨੂੰ ਕੱਲਾ ਤੁਸੀਂ ਮੈਨੇਜਮੈਂਟ ਨਾਲ ਨਹੀਂ ਕਰ ਸਕਦੇ। ਉਹ ਹੋਲ ਟਾਈਮਰ ਇੱਕ ਟੀਮ ਹੈ ਐਡੀ ਵੱਡੀ, ਜਿਹੜੀ ਕੱਲੀ ਸਿਆਸਤ ਕਰਦੀ ਹੈ, ਹੋਰ ਕੁਝ ਕਰਦੀ ਨਹੀਂ ਹੈ ਕਿਤੇ ਵੀ ਜਾ ਕੇ, ਚਾਹੇ ਉਹ ਪ੍ਰਾਈਮ ਮਿਨਿਸਟਰ ਹੋ, ਚਾਹੇ ਅਮਿਤ ਸ਼ਾਹ, ਚਾਹੇ ਜਿਹੜੇ ਮਰਜ਼ੀ ਬੰਦੇ ਹੋਣ। ਉਹਨੂੰ ਉਸ ਰੂਪ ਦੇ ਵਿੱਚ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਸਟਾਰਟਿੰਗ 'ਚ, ਕਾਂਗਰਸ ਕੋਲ ਹਰ ਏਰੀਆ 'ਚ ਇੱਕ ਵੱਡੇ ਕੱਦ ਦੇ ਆਗੂ ਹੁੰਦੇ ਸੀ, ਚਾਹੇ ਪਹਿਲਾਂ ਪ੍ਰਤਾਪ ਸਿੰਘ ਕੈਰੋ ਹੋਣ, ਚਾਹੇ ਬੇਅੰਤ ਸਿੰਘ ਹੋਣ, ਉਸ ਤੋਂ ਬਾਅਦ ਅਮਰਿੰਦਰ ਸਿੰਘ ਵੀ। ਔਰ ਪੰਜਾਬ ਦੇ ਵਿੱਚ ਵੋਟਾਂ ਕੋਈ ਕੱਲਾ ਕਾਂਗਰਸ ਨੂੰ ਨਹੀਂ, ਮਤਲਬ ਸ਼ਖਸੀਅਤਾਂ ਨੂੰ ਪਿਛਲੇ ਵਾਰ ਅਮਰਿੰਦਰ ਸਿੰਘ ਨੂੰ ਹੀ ਪਈਆਂ ਸੀ ਵੋਟਾਂ, ਜੇ ਆਪਾਂ ਅੰਦਾਜ਼ਾ ਲਾਈਏ ਉਸ ਲੈਵਲ ਤੇ। ਇੱਧਰ ਤਾਮਿਲਨਾਡੂ ਸਾਈਡ ਉਧਰ ਜਾ ਕੇ ਜੀਕੇ ਮੂਪਨਾਰ ਕਿੱਡੇ ਵੱਡੇ ਬੰਦੇ ਸੀ, ਸ਼ਰਦ ਪਵਾਰ ਵਰਗੇ ਕਿੱਡੇ ਵੱਡੇ ਬੰਦੇ ਸੀ, ਵੈਸਟ ਬੰਗਾਲ ਦੇ ਵਿੱਚ ਕਿੱਡੇ ਕਿੱਡੇ ਬੰਦੇ, ਸਿਧਾਰਥ ਸ਼ੰਕਰ ਰੇਰ ਤੋਂ ਬਾਅਦ ਲੈ ਕੇ ਵੱਖ-ਵੱਖ ਟਾਈਪ ਦੇ ਬੰਦੇ ਸੀ। ਜਦ ਤੁਸੀਂ ਉਹ ਕਿੱਲ ਕਰਤੀਆਂ ਸਟੇਟ ਲੀਡਰਸ਼ਿਪ, ਮਤਲਬ ਫੈਡਰਲ ਸਟਰਕਚਰ ਦੇ ਵਿੱਚ ਜਿਹੜੇ ਵੱਡੇ ਕੱਦ ਦੇ ਤੁਹਾਡੇ ਆਗੂ ਸੀ, ਉਹ ਬਿਲਕੁਲ ਹੀ ਤੁਸੀਂ ਸੈਂਟਰਲਾਈਜ਼ ਕਰ ਗਏ, ਉੱਥੇ ਜਾ ਕੇ ਉਹਨਾਂ ਦੀ ਸੱਦ-ਪੁੱਛ ਖਤਮ ਹੋ ਗਈ, ਤਾਂ ਹੌਲੀ ਹੌਲੀ ਪਾਰਟੀ ਮਰੀ ਹੈ, ਇੱਕਦਮ ਪਾਰਟੀ ਨਹੀਂ ਮਰੀ। ਉਹਨੂੰ ਹੁਣ ਰਿਵਾਈਵ ਕਰਨਾ, ਇਹ ਠੀਕ ਹੈ ਕਿ ਇਮੀਡੀਏਟ ਗੋਲ ਇਹ ਠੀਕ ਹੋ ਸਕਦਾ ਕਿ ਕੁਝ ਬੰਦਿਆਂ ਤੇ ਉਹ ਕਰੋ ਤੇ ਸੋਸ਼ਲ ਇੰਜੀਨੀਅਰਿੰਗ ਕਰੋ। ਬਾਕੀ ਪਾਰਟੀਆਂ ਫੈਡਰਲ ਸਟਰਕਚਰ ਦੀਆਂ ਨੇ ਜਿਹੜੀਆਂ, ਚਾਹੇ ਉਹ ਤੇਲੰਗਾਨਾ ਵਾਲੀ ਹੈ, ਚੰਦਰ ਸ਼ੇਖਰ ਰਾਓ ਦੀ ਹੈ, ਚਾਹੇ ਉਹ DMK ਆਲਰੇਡੀ ਇਹਨਾਂ ਦੇ ਨਾਲ ਹੀ ਹੈ, ਚਾਹੇ ਉਹ ਪੱਛਮੀ ਬੰਗਾਲ ਹੈ, ਉੜੀਸਾ ਦੇ ਵਿੱਚ ਵੀ ਟਰਾਈ ਹੈ, ਰਾਸ਼ਟਰੀ ਜਨਤਾ ਦਲ ਉਧਰ ਹੈਗਾ, ਉਹ ਇਹ ਮੈਨੇਜਮੈਂਟ ਕਰ ਰਿਹਾ। ਇਹ ਇੱਕ ਵਾਰ ਦੀ ਇਲੈਕਸ਼ਨ ਦਾ ਤਾਂ ਕੋਈ ਨਾ ਕੋਈ ਬੰਦੋਬਸਤ ਹੋ ਸਕਦਾ ਜੀ, ਪਰ ਇਨ ਦੀ ਲੌਂਗ ਰਨ ਬੰਦੋਬਸਤ ਨਹੀਂ। ਜਿਹੜੇ ਨਵਜੋਤ ਸਿੱਧੂ ਦਾ ਸਵਾਲ ਹੈ, ਨਵਜੋਤ ਸਿੱਧੂ ਟੀਮ ਲੀਡਰ ਨਹੀਂ ਸਾਬਤ ਹੋ ਪਾ ਰਿਹਾ ਕਿਸੇ ਵੀ ਰੂਪ ਦੇ ਵਿੱਚ, ਦੂਜਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ। ਪੋਲਿਟਿਕਸ ਦੇ ਵਿੱਚ ਜੇ ਤੁਸੀਂ ਗਰੋ ਕਰਦੇ ਹੋ ਤਾਂ ਤੁਹਾਨੂੰ ਕੈਪਟਨ ਬਣਨਾ ਪੈਂਦਾ। ਕੈਪਟਨ ਕੱਲਾ ਆਪ ਨਹੀਂ ਖੇਡਦਾ ਗਰਾਊਂਡ ਦੇ ਵਿੱਚ, ਬਾਕੀ ਖਿਡਾਰੀਆਂ ਨੂੰ ਨਾਲ ਖਿਡਾਉਂਦਾ ਹੈ। ਜੇ ਇਹ ਉਹਦਾ ਵਿਵਹਾਰ ਠੀਕ ਨਹੀਂ ਹੁੰਦਾ ਤਾਂ ਕੱਲਾ ਏਜੰਡਾ ਜਿਹੜੀ ਮੈਂ ਹੁੰਦੀ ਹੈ, ਮੈਂ ਨਵਜੋਤ ਸਿੰਘ ਸਿੱਧੂ ਪੁੱਤਰ ਸਰਦਾਰ ਭਗਵੰਤ ਸਿੰਘ, ਬਾਰ-ਬਾਰ ਇਹ ਬੋਲਣਾ ਜਿਹੜਾ ਨਾ, ਇਹ ਜਨਰਲ ਪੰਜਾਬੀਆਂ ਨੂੰ ਸੂਟ ਨਹੀਂ ਕਰੂਗਾ। ਕੋਈ ਵੀ ਈਗੋਇਸਟ ਇਨਸਾਨ ਫਾਰ ਦੀ ਟਾਈਮ ਵੀ ਮਤਲਬ ਕੰਪੈਰੇਟਿਵਲੀ ਤਾਂ ਕਈ ਵਾਰ ਬੰਦਾ ਚਾਹੁੰਦਾ ਵੀ ਚਲੋ, ਇਹ ਜਦੋਂ ਨਵਜੋਤ ਸਿੱਧੂ ਦਾ ਚੜ੍ਹਾਈ ਸੀ, ਜਦੋਂ ਕਰਤਾਰਪੁਰ ਸਾਹਿਬ ਲਾਂਘਾ ਖੁੱਲਿਆ, ਉਦੋਂ ਪੀਕ ਤੇ ਸੀ ਉਹਦਾ ਜਿਹੜਾ ਪੰਜਾਬ ਦੇ ਵਿੱਚ ਇੱਕ ਸੈਟਅਪ ਉਸ ਲੈਵਲ ਦੇ ਉੱਤੇ। ਪਰ ਉਦੋਂ ਬਾਅਦ ਤੁਸੀਂ ਅੰਦਰ ਇਹ ਬੜੇ ਰਹੇ, ਕਦੇ ਗਏ ਨਹੀਂ। ਤੁਸੀਂ ਕਰੋਨਾ 'ਚ ਲੋਕਾਂ ਦੀ ਮਦਦ ਕਰਦੇ ਜਾ ਕੇ, ਪੂਰੇ ਪੰਜਾਬ 'ਚ ਵਿਚਰਦੇ, ਤੁਸੀਂ ਸਰਕਾਰ ਨੇ ਕੁਝ ਨਹੀਂ ਕੀਤਾ ਤਾਂ ਉਦੋਂ ਬਾਅਦ ਪੰਜਾਬ ਦੇ ਵਿੱਚ ਜਾਂਦੇ ਵੱਖ-ਵੱਖ ਥਾਵਾਂ ਤੇ। ਜਿਹੜੀਆਂ ਕਮੇਟੀਆਂ 'ਚ ਤੁਸੀਂ ਆਏ ਹੋ, ਕਿਸਾਨਾਂ ਦੇ ਕਰਜ਼ੇ ਨਾਲ ਸੰਬੰਧਿਤ ਕਮੇਟੀ ਦਾ ਜਿਹੜਾ ਇੰਡੈਂਟਨੈਸ ਬਿੱਲ ਸੀ, ਨਵਜੋਤ ਸਿੱਧੂ ਉਸ ਕਮੇਟੀ ਦੇ ਮੈਂਬਰ ਸੀ। ਉਹਦੀ ਰਿਪੋਰਟ ਦੱਸ ਦੇਣ ਕਿ ਉਹਦੀ ਰਿਪੋਰਟ 'ਚ ਇਹਨਾਂ ਦੀ ਡੈਸੈਂਟ ਕੀ ਸੀ ਤੇ ਕਿੱਥੇ ਹੈ। ਹੁਣ ਖੁਦਕਸ਼ੀ ਵਾਲੇ ਘਰ ਗਏ ਨੇ, ਚੰਗੀ ਗੱਲ ਹੈ, ਕੋਈ ਲੀਡਰ ਨਹੀਂ ਹੋਰ ਗਿਆ। ਘੱਟੋ ਘੱਟ ਖੁਦਕਸ਼ੀ ਪੀੜਤ ਪਰਿਵਾਰ ਦੇ ਘਰ ਜਾਣਾ ਤੇ ਉਹਨਾਂ ਦੇ ਸਿਰ ਤੇ ਹੱਥ ਰੱਖਣਾ, ਇਹ ਇੱਕ ਪੋਜ਼ਿਟਿਵ ਗੱਲ ਹੈ। ਲੀਡਰਾਂ ਨੂੰ ਜਾਣਾ ਚਾਹੀਦਾ, ਇਕੱਲਾ ਵੋਟ ਵੇਲੇ ਨਹੀਂ ਜਾਣਾ ਚਾਹੀਦਾ ਵੈਸੇ। ਪਰ ਔਨ ਰਿਕਾਰਡ ਉਸ ਕਮੇਟੀ ਦਾ ਕੀ ਬਣਿਆ? ਫਿਰ ਤਿੰਨੇ ਕਮੇਟੀਆਂ ਦੇ ਸਪੀਕਰ ਨੇ ਸੁਸਾਈਡ ਵਿਕਟਮ ਪਰਿਵਾਰਾਂ ਲਈ ਆਲ ਪਾਰਟੀ ਕਮੇਟੀ ਬਣਾਈ ਸੁਖ ਸਰਕਾਰੀਆ ਦੀ ਅਗਵਾਈ ਦੇ ਵਿੱਚ। ਉਹ ਕਮੇਟੀ ਦੀ ਰਿਪੋਰਟ ਕੀ ਹੈ ਤੁਸੀਂ ਹੱਸੋਗੇ ਪੜ੍ਹ ਕੇ, ਤੇ ਉਹ ਕਮੇਟੀ ਦੀ ਰਿਪੋਰਟ ਪਈ ਹੈ ਵਿਧਾਨ ਸਭਾ 'ਚ। ਉੱਥੇ ਕਦੇ ਚਰਚਾ ਕਰਾਉਣ ਦੀ ਮੰਗ ਕੋਈ ਵੀ ਕਿਉਂ ਨਹੀਂ ਕਰ ਰਿਹਾ? ਆਫਟਰ ਆਲ ਇੱਕ ਮੱਥਾ ਮਾਰੀ ਕੀਤੀ ਹੈ ਤੁਸੀਂ। ਜੇ ਸਾਰੇ ਗੱਲਾਂ ਤੇ ਕਰਨਾ ਚਾਹੁੰਦੇ ਹੋ, ਪੰਜਾਬ ਦੇ ਕਿਸਾਨੀ ਕਰਜ਼ਾ ਫਲਾਨਾ ਜੇ ਉਹ, ਉੱਥੇ ਕੋਈ ਚਰਚਾ ਕਰੋਗੇ ਕਿਤੇ ਨਾ ਕਿਤੇ, ਪਬਲਿਕ ਡੋਮੇਨ 'ਚ ਕਰ ਲਓ ਜਾਂ ਵਿਧਾਨ ਸਭਾ ਦੇ ਵਿੱਚ ਕਰ ਲਓ। ਤੁਸੀਂ ਉਸ ਪਾਸੇ ਵੱਲ ਨਹੀਂ ਗਏ। ਸਰ ਛੋਟੂ ਰਾਮ ਕੋਈ ਬਣ ਨਹੀਂ ਪਾਇਆ। ਜਿਹੜਾ ਛੋਟੂ ਰਾਮ ਵਾਲਾ ਐਕਟ ਬਣਾਉਣਾ ਸੀ 16 'ਚ ਬਾਦਲੋਂ ਨਹੀਂ ਬਣਾ ਗਏ, ਤੇ ਇਹ ਕਹਿੰਦੇ ਸੀ ਅਮੈਂਡ ਕਰਾਂਗੇ, ਅਮੈਂਡ ਨਹੀਂ ਕੀਤੀ। ਹੁਣ ਤੁਸੀਂ ਥਰਮਲ ਦੇ ਜਾ ਰਹੇ ਹੋ ਧਰਨਾ ਦੇਣ। ਤੁਹਾਡਾ ਬੇਸਿਕ ਏਜੰਡਾ ਸੀ ਕਿ PPA ਰਿਵਾਈਜ਼ ਹੋਣਗੇ।
ਤੁਸੀਂ ਨਹੀਂ ਕੀਤੇ 5 ਸਾਲ ਲੰਘਾ ਲਏ, ਤੇ ਜੇ ਉਹ ਪਬਲਿਕ ਪਾਵਰ ਪਰਚੇਜ ਐਗਰੀਮੈਂਟ ਜੇ ਰਿਵਾਈਵ ਨਹੀਂ ਕਰਨੇ, ਜੇ ਪੰਜਾਬ ਦਾ ਜਿਹੜਾ ਲਾਸ ਉਹਦੇ ਚ ਹੋਇਆ, ਜਿਹੜਾ ਤੁਸੀਂ ਵਾਈਟ ਪੇਪਰ ਜਾਰੀ ਕੀਤਾ, ਜਿਹੜਾ 40-45 ਹਜ਼ਾਰ ਕਰੋੜ ਰੁਪਏ ਦਾ ਲਾਸ ਤੁਸੀਂ ਆਪ ਦੱਸਿਆ ਸਾਨੂੰ ਕਿ ਸਾਡੇ ਕੋਲ ਹੈ, ਤੇ ਇਹ ਗੱਲਾਂ ਤੋਂ ਬਿਨਾਂ ਫਿਰ ਜਿਹੜੇ ਇੱਕ ਸੰਕੇਤਕ ਚੀਜ਼ਾਂ ਨੇ, ਮੇਰਾ ਖਿਆਲ ਹੈ ਉਹ ਸ਼ਾਇਦ ਥੋੜੇ ਦੇਰ ਲਈ ਤੁਸੀਂ ਲਾਈਮਲਾਈਟ 'ਚ ਰਹਿੰਦੇ ਹੋ, ਪਰ ਪੰਜਾਬ 'ਚ ਇਨਕਲਾਬ ਨਹੀਂ, ਜਿਹੜਾ ਮੈਂ ਉਹ ਕਿਹਾ ਵੀ ਇਨਕਲਾਬ ਦਾ ਮਜ਼ਾਕ ਨਾ ਹਟਾਓ, ਇਨਕਲਾਬ ਉਸ ਸੈਂਸ ਦੇ ਵਿੱਚ ਲਿਆਓ ਜਿਹੜੇ 'ਚ ਤੁਸੀਂ ਲਿਆਉਣਾ। ਜੇ ਰੀਅਲ ਸੈਂਸ ਦੇ ਵਿੱਚ ਕੋਈ ਕੰਮ ਕਰਨਾ ਤਾਂ ਉਹਨਾਂ ਮੁੱਦਿਆਂ ਨੂੰ ਉਠਾਓ ਤੇ ਉਹਦੇ ਤੇ ਕੰਸਿਸਟੈਂਟ ਕੰਮ ਕਰੋ। ਆਖਰੀ ਗੱਲ ਮੈਂ ਦੋਨਾਂ ਕੋਲ ਇਕੱਠਾ ਹੀ ਸਵਾਲ ਲੈ ਕੇ ਜਾਣਾ, ਕਿਉਂਕਿ ਕੰਟੀਨਿਊਟੀ ਸਰਦਾਰ ਹਮੀਤ ਸਿੰਘ ਨੇ, ਮੈਂ ਇੱਥੋਂ ਸ਼ੁਰੂ ਕਰ ਲੈਣਾ। ਸਰਦਾਰ ਸਾਹਿਬ, ਅੱਜ ਕੁਲਦੀਪ ਸਿੰਘ ਧਾਲੀਵਾਲ ਨੇ ਇੱਕ ਮੀਟਿੰਗ ਕਾਲ ਕੀਤੀ ਹੋਈ ਆ ਪੰਚਾਇਤੀ ਜ਼ਮੀਨਾਂ ਤੇ ਹੋਏ ਨਜਾਇਜ਼ ਕਬਜ਼ਿਆਂ ਸੰਬੰਧੀ, ਜਿਹਦੇ ਸੰਬੰਧੀ ਸੁਪਰੀਮ ਕੋਰਟ ਨੇ ਸਾਫ਼ ਕਹਿਤਾ ਹੁਣ ਤਾਂ ਇਹਨਾਂ ਨੇ ਕੱਖ ਵੀ ਨਹੀਂ ਕਰਨਾ। ਜਸਟ ਉਹ ਕਹਿੰਦੇ ਹੁੰਦੇ ਬਣੀ ਹੋਈ ਖੀਰ ਵੀ ਜੇ ਨਾ ਖਾਧੀ ਗਈ ਤਾਂ ਫਿਰ ਇਹਨਾਂ ਕੋਲ ਹੋਰ ਆਸ ਵੀ ਕੀ ਰੱਖੀ ਜਾ ਸਕਦੀ ਆ। ਮੈਂ ਸਿਰਫ ਇੱਕ ਟਿੱਪਣੀ ਤੁਹਾਡੇ ਤੋਂ ਲੈਣੀ ਆ ਕਿ ਤੁਹਾਨੂੰ ਇਸ ਤਰ੍ਹਾਂ ਦੀ ਕਿਸੇ ਹਾਈ ਪ੍ਰੋਫਾਈਲ ਮੀਟਿੰਗ ਤੋਂ ਬਾਅਦ ਕਿਸੇ ਸਿੱਟੇ ਤੇ ਪੁੱਜਦੇ ਦਿਖਾਈ ਦੇਣਗੇ? ਤੁਹਾਨੂੰ ਲੱਗਦਾ ਅੱਜ ਕੁਝ ਹੋ ਜਾਊਗਾ? ਅੱਜ ਕੋਈ ਨੋਟੀਫਿਕੇਸ਼ਨ ਲਈ ਇਹ ਮੀਟਿੰਗ ਫੈਸਲਾਕੁਨ ਹੋਊਗੀ ਕਿ ਪੰਚਾਇਤ ਡਿਪਾਰਟਮੈਂਟ ਜਾਂ ਕੈਬਨਿਟ ਜਾਂ ਕੁਝ ਵੀ ਇਹਦੇ ਸੰਬੰਧੀ ਸਖਤ ਕਾਰਵਾਈ ਕਰਨ ਦੇ ਰੌਂਚ ਹੋਊਗੀ? ਕੁਝ ਕਰ ਪਾਉਣਗੇ ਜੀ? ਮੈਨੂੰ ਲੱਗਦਾ ਇਹਦੇ 'ਚ ਉਮੀਦ ਘੱਟ ਲੱਗਦੀ ਹੈ। ਅੱਧਾ ਡਿਪਾਰਟਮੈਂਟ ਸਸਪੈਂਡ ਕਰਨਾ ਪਊਗਾ ਇਹ ਸਾਰੇ ਕੰਮ ਦੇ ਵਿੱਚ। ਪ੍ਰਿੰਸੀਪਲ ਸੈਕਟਰੀਆਂ ਤੋਂ, ਡਾਇਰੈਕਟਰਾਂ ਤੋਂ ਲੈ ਕੇ ਡੀਡੀਪੀਓ ਤੱਕ ਜਾ ਕੇ ਨਾ ਇੰਨੀ ਹਿੰਮਤ ਹੋਏਗੀ ਕਿ ਨਹੀਂ, ਇਹ ਬਾਅਦ ਦੀ ਗੱਲ ਹੈ। ਤੇ ਟੋਟਲ ਅੱਧਾ ਡਿਪਾਰਟਮੈਂਟ ਜੇ ਇਹ ਗੱਲ ਕਰਨੀ ਹੈ, 1,35,000 ਏਕੜ ਜ਼ਮੀਨ ਹੈ ਜਿਹੜੀ ਸਾਮਲਾਟ ਜ਼ਮੀਨ ਹੈ ਟੋਟਲੀ, ਉਹਦੇ ਚੋਂ ਬੋਲੀ ਹੁੰਦੀ ਹੈ 1,15,000 ਦੀ, ਤੇ 20,000 ਏਕੜ ਤਾਂ ਚੰਡੀਗੜ੍ਹ ਤੋਂ ਇਲਾਵਾ ਦੱਬੀ ਹੋਈ ਆ ਹੋਰ ਛੋਟੇ ਮੋਟੇ ਜਿਹੜੇ ਕੰਮ ਨੇ। ਜੇ ਧਾਲੀਵਾਲ ਸਾਹਿਬ ਕਰਨਾ ਚਾਹੁੰਦੇ ਨੇ ਐਕਚੁਅਲੀ ਇਹ ਸਿਸਟਮ ਨੂੰ ਇੰਪਰੂਵ, ਇਹਨਾਂ ਖਿਲਾਫ ਤਾਂ ਕਿਤੇ ਕੋਈ ਡੀਜੀਪੀ ਬੈਠਾ ਹੈ, ਕਿਤੇ ਕੋਈ ਚੀਫ ਸੈਕਟਰੀ ਬੈਠਾ ਦੱਬੀ, ਕਿਤੇ ਕੋਈ ਹੋਰ। ਮੈਨੂੰ ਲੱਗਦਾ ਜੇ ਇੰਨਾ ਭਾਰ ਝੱਲਣ ਦੇ ਜੋਗਾ ਸਾਡੇ ਕੋਈ ਪਾਰਟੀ ਜਾਂ ਕੋਈ ਸਿਸਟਮ ਹੋਇਆ ਨਹੀਂ। ਐਡੇ ਕੱਦ ਦੇ ਜਿਹੜੇ ਬੰਦੇ ਬੈਠੇ ਹੋਏ ਨੇ ਨਾ ਉਹ ਸਾਰੇ ਮਾਮਲੇ ਦੇ ਵਿੱਚ, ਵੀ ਅਸੀਂ ਤਾਂ ਦੱਬ ਲਈ ਹੈ ਜਾ ਕੇ, ਜਿਨ੍ਹਾਂ ਦੇ ਘਰਾਂ 'ਚ ਜਾ ਕੇ ਤਹਿਸੀਲਦਾਰਾਂ ਨੇ ਰਜਿਸਟਰੀਆਂ ਕਰਤੀਆਂ ਨੇ, ਮਤਲਬ ਲੋੜ ਨਹੀਂ ਪਈ ਆਲੇ ਦੁਆਲੇ ਜਾਣ ਦੀ। ਪਰ ਫਿਰ ਵੀ ਜੇ ਥੋੜਾ ਜਿਹਾ ਕਰਨਾ ਚਾਹਣ, ਜਿਵੇਂ ਮੈਂ ਇੱਕ ਗੱਲ ਕਰੂ, ਕੱਲ ਪੰਚਾਇਤੀ ਦੇ ਵਿੱਚ ਜੇ ਗ੍ਰਾਮ ਸਭਾਵਾਂ ਸਰਗਰਮ ਕਰ ਲੈਣ, ਉਹਨਾਂ ਦੇ ਥਰੂ ਰੈਜੂਲੇਸ਼ਨ ਕਰਨ, ਤੇ ਉਹ ਸਾਰੀਆਂ ਜਿਹੜੀਆਂ ਛੋਟੀਆਂ ਛੜਾਈਆਂ ਜਾ ਸਕਦੀਆਂ ਨੇ। ਘੱਟੋ ਘੱਟ ਇੱਛੇਵਾਲ ਪਿੰਡ ਦੀ ਇੱਕ ਐਗਜ਼ਾਮਪਲ ਹੈ, ਨਾਭੇ ਏਰੀਏ 'ਚ ਇੱਕ ਇੱਛੇਵਾਲ ਪਿੰਡ ਪੈਂਦਾ ਜੀ। ਉਦੋਂ ਤੁਹਾਡੇ ਏਰੀਏ ਦੇ ਇੱਕ ਮਿਨਿਸਟਰ ਹੁੰਦੇ ਸੀ, ਉਹਨਾਂ ਦੇ ਦੋਸਤ ਨੇ ਦੱਬ ਲਈ ਸੀ, ਬ੍ਰਹਮਪੁਰਾ ਸਾਹਿਬ ਦੇ ਦੋਸਤ ਨੇ, ਉਦੋਂ ਪੰਚਾਇਤ ਮਿਨਿਸਟਰ ਹੁੰਦੇ ਸੀ ਬ੍ਰਹਮਪੁਰਾ ਸਾਹਿਬ, ਰੂਰਲ ਡਿਵੈਲਪਮੈਂਟ ਪੰਚਾਇਤ। ਇਹ ਦੱਬਦੇ ਕਿਵੇਂ ਨੇ? ਇੱਕ ਵਾਰ ਬੋਲੀ ਤੇ ਲੈ ਲੈਂਦੇ ਨੇ, ਮੁੜ ਕੇ ਬੋਲੀ ਕਰਾਉਂਦੇ ਹੀ ਨਹੀਂ, ਕਹਿੰਦੇ ਤੁਸੀਂ ਕੌਣ ਹੋ ਤੇ ਆਪਾਂ ਪਰਮਾਨੈਂਟ ਦੱਬ ਲਈ। ਡੀਡੀਪੀਓ ਦੇ ਇੱਕ ਛੋਟਾ ਜਿਹਾ ਕੇਸ ਪਾ ਦਿੰਦੇ ਨੇ, ਡੀਡੀਪੀਓ ਨੂੰ ਕਹਿੰਦੇ ਜੁਡੀਸ਼ੀਅਲ ਪਾਵਰ ਹੈ, ਡੀਡੀਪੀਓ ਦੀ ਔਕਾਤ ਐਡੀ ਹੈ ਨਹੀਂ, ਉਹ ਸਾਲਾਂ ਬੱਧੀ ਕੁਝ ਕਹਿੰਦਾ ਹੀ ਨਹੀਂ, ਉਹਦੇ ਤੇ ਬੈਠਾ ਰਹਿੰਦਾ ਬਸ। ਸਿਸਟਮ ਉੱਥੇ ਚੱਲਦਾ ਹੈ। ਉਦੋਂ ਬਾਅਦ ਉਹਨਾਂ ਨੇ ਕੀ ਕੀਤਾ, ਦਲਤਾਂ ਦੀ ਜ਼ਮੀਨ ਸੀ, ਉਹਨਾਂ ਨੇ ਗ੍ਰਾਮ ਸਭਾ ਬੁਲਾ ਲਈ, ਇੱਕ ਹਦਾਇਤ ਕੀਤੀ, ਜਾਂ ਫਿਰ ਪੰਚਾਇਤ ਸਸਪੈਂਡ ਹੁੰਦੀ ਹੈ ਪੱਕੀ, ਜਾਂ ਉਹ ਛਡਾਉਣੀ ਪੈਂਦੀ ਹੈ। ਹੁਣ ਤੁਸੀਂ ਪੰਚਾਇਤਾਂ ਤੇ ਦਬਾਅ ਤਾਂ ਪਾਓਗੇ ਜੇ ਤੁਹਾਡੇ ਕੋਲ ਕੋਈ ਸੰਸਥਾ ਉਸ ਲੈਵਲ ਦੀ ਹੈ। ਹੁਣ ਤੁਸੀਂ ਐ ਸਸਪੈਂਡ ਕਰ ਦੋਗੇ, ਕਹੋਗੇ ਰਾਜਨੀਤਿਕ ਵਿਰੋਧੀ ਨੇ। ਪਿੰਡਾਂ ਦੀ ਸੰਗਤੀ ਰੂਪ ਦੇ ਵਿੱਚ ਜਿਹੜੀ ਗ੍ਰਾਮ ਸਭਾ ਜੇ ਉਹ ਐਕਟਿਵ ਕਰਕੇ ਪਵਾ ਦੋਗੇ, ਫਿਰ ਨਾ ਕੋਈ ਸਮੱਸਿਆ ਇਹ ਹੈ ਕਿ ਤੁਸੀਂ ਵੈਂਡੇਟਾ ਕਰ ਰਹੇ ਹੋ, ਤੇ ਨਾਲੇ ਉਹ ਇੱਕ ਵਜੂਦ ਆ, ਉਹ ਪਿੰਡ ਦੀ ਪਾਰਲੀਮੈਂਟ ਹੈ। ਉਹ ਪਾਰਲੀਮੈਂਟ ਜਦੋਂ ਜਾਂਦੀ ਹੈ, ਜਿਹੜਾ ਉਹਦਾ ਮਤਾ ਜਿੱਥੇ ਵੀ ਕਿਤੇ ਜਾਂਦਾ ਹੈ, ਉਹ ਕੋਰਟ 'ਚ ਜਾਵੇ, ਜਿੱਥੇ ਮਰਜ਼ੀ ਜਾਵੇ, ਤੇ ਉਹ ਸੋਲਿਡ ਗਰਾਊਂਡ ਤੇ ਖੜਾ ਰਹਿੰਦਾ। ਜੇਕਰ ਉਧਰ ਨੂੰ ਤੁਰਪੋ ਤਾਂ ਪੰਜਾਬ ਦੇ ਵਿੱਚ ਕੁਝ ਪੋਜ਼ਿਟਿਵ ਚੀਜ਼ਾਂ ਹੋ ਸਕਦੀਆਂ ਨੇ। ਕੱਲਾ ਚੰਡੀਗੜ੍ਹ ਵਾਲੀਆਂ ਮੈਨੂੰ ਲੱਗਦਾ ਜ਼ਮੀਨਾਂ ਛਡਾਉਣਾ ਅਜੇ ਦੂਰ ਦੀ ਗੱਲ ਹੈ, ਪਹਿਲਾਂ ਥੋੜੇ ਕਦਮ ਕਰ ਲਓ, ਉਹਦੇ ਨਾਲ ਜੋੜ ਕੇ ਉਹ ਕਰ ਲਿਓ। ਜਸਟਿਸ ਸਾਹਿਬ ਅਜੇ ਬੈਠੇ ਹੋਏ ਨੇ, ਵਿਚਾਰਿਆਂ ਨੇ ਰਿਪੋਰਟ ਦਿੱਤੀ ਹੋਈ ਹੈ, ਜਸਟਿਸ ਕੁਲਦੀਪ ਸਿੰਘ ਨੇ ਬੜੀ ਜ਼ਿਆਦਾ, ਉਹ 'ਚ ਨਾਮ ਦਿੱਤੇ ਹੋਏ ਨੇ, ਤੁਸੀਂ ਨਾਮ ਤਾਂ ਪੜ੍ਹੋ। ਉਹ ਨਾਮ ਜਿਹਦੇ ਰਾਤ ਨੂੰ ਅਦਾਲਤ ਉੱਠ ਕੇ, ਜੱਜ ਉੱਠ ਕੇ ਬਲੈਂਕਟ ਬੈਲ ਦੇ ਦਿੰਦੇ ਨੇ ਜਿਹੜੇ ਬੰਦਿਆਂ ਨੂੰ ਰਾਤ ਨੂੰ, ਉਹ ਨਾਮ ਨੇ। ਮਤਲਬ ਛੋਟੇ ਨਾਮ ਤਾਂ, ਬਾਕੀ ਦੀਆਂ ਤਾਂ ਗੱਲਾਂ ਛੱਡੋ ਜਿਹਦੇ 'ਚ ਇਸ ਲੈਵਲ ਦੀਆਂ ਚੀਜ਼ਾਂ ਹੁੰਦੀਆਂ ਨੇ। ਮੈਂ ਉਹ ਦੋਨੇ ਰਿਪੋਰਟਾਂ ਦੇਖੀਆਂ ਨੇ, ਔਰ ਅਸੀਂ ਕਿਉਂਕਿ ਮੈਨੂੰ ਲੱਗਦਾ ਸੀ ਕਿ ਕੁਲਦੀਪ ਸਿੰਘ ਧਾਲੀਵਾਲ ਲੱਗੇ ਹੋਏ ਆ, ਸੁਪਰੀਮ ਕੋਰਟ ਦਾ ਬਹੁਤ ਸ਼ਾਨਦਾਰ ਇੱਕ ਜੱਜਮੈਂਟ ਹੈ, ਉਹਦੇ ਆਧਾਰ ਤੇ ਇਹਨਾਂ ਨੂੰ ਬਹੁਤ ਫ੍ਰੀ ਹੈਂਡ ਮਿਲਿਆ, ਸੋਚਦੇ ਸੀ ਕੁਝ ਹੋ ਜਾਊਗਾ। ਅੱਜ ਪਤਾ ਲੱਗ ਜਾਊਗਾ ਕਿ ਕਿੰਨੇ ਇੱਕ ਪਾਣੀ 'ਚ ਨੇ। ਹਾਲਾਂਕਿ ਪੁਰਾਣੇ ਕਾਮਰੇਡ ਰਹੇ ਆ, ਮੈਨੂੰ ਪ੍ਰੋਫੈਸਰ ਜਗਰੂਪ ਸਿੰਘ ਦੱਸਦੇ ਸੀ, ਕਹਿੰਦੇ ਇਹ ਤਾਂ ਸੋਨੀਆ ਮਾਨ ਤੇ ਫਾਦਰ ਬਲਦੇਵ ਸਿੰਘ ਮਾਨ ਹੋਰੀ, ਉਹ ਸਾਰੇ ਉਸ ਦੌਰ ਦੀਆਂ ਗੱਲਾਂ ਜਦੋਂ ਆਦਰਸ਼ਵਾਦ ਹੁੰਦੇ ਸੀ। ਹੁਣ ਆਦਰਸ਼ਵਾਦ ਤੇ ਕਈ ਵਾਰੀ ਸਮੇਂ ਨਾਲ ਢਲ ਵੀ ਜਾਂਦੇ ਆ। ਵੈਸੇ ਕੁਲਦੀਪ ਸਿੰਘ ਧਾਲੀਵਾਲ ਦਾ ਕੱਦ ਲੰਬਾ 6 ਫੁੱਟ ਤੋਂ ਉੱਪਰ ਆ। ਹੁਣ ਵੇਖਣਾ ਹੈ ਵੀ ਉਹ ਆਪਣੇ ਕੱਦ ਦੇ ਹਿਸਾਬ ਨਾਲ ਕੱਦ ਦਿਖਾਉਂਦੇ ਆ ਕਿ ਨਹੀਂ। ਭਾਸਕਰ ਸਾਹਿਬ ਜਾਂਦੇ ਹੋਏ ਟਿੱਪਣੀ ਕਰੋ
ਕਿਉਂਕਿ ਅਸੀਂ ਇਹ ਅੱਜ ਪ੍ਰੋਗਰਾਮ ਸਰਦਾਰ ਹਮੀਤ ਸਿੰਘ ਨਾਲ ਪੰਚਾਇਤਾਂ ਤੇ ਹੀ ਕਰਨਾ ਸੀ ਔਰ ਬੜਾ ਗਹਿ ਗੱਚ ਕਰਨ ਦਾ ਮਨ ਸੀ, ਲੇਕਿਨ ਮਨਪ੍ਰੀਤ ਹੋਰੀ ਚਲੇ ਗਏ ਵਿੱਚੋਂ ਛੁੱਟੀ ਮਾਰ ਕੇ, ਇਸ ਕਰਕੇ ਅਸੀਂ ਇਹ ਸਾਰੀਆਂ ਖਬਰਾਂ ਅੱਜ ਲੈ ਲਈਆਂ। ਇੱਥੇ ਕਰਾਂਗੇ, ਬਹੁਤ ਜ਼ਰੂਰੀ ਆ। ਭਾਸਕਰ ਸਾਹਿਬ ਦਿਓ ਟਿੱਪਣੀ, ਮੁੱਲਵਾਨ ਰਾਏ, ਚੱਲੀਏ ਫਿਰ। ਹੋਰ ਘੰਟੇ ਕੁ ਬਾਅਦ ਉਹਨਾਂ ਦੀ ਉਹ ਮੀਟਿੰਗ ਸ਼ੁਰੂ ਹੋ ਜਾਣੀ ਹੈ। ਅੱਜ ਦਾ ਦਿਨ ਧਾਲੀਵਾਲ ਸਾਹਿਬ ਦਾ ਬੜਾ ਇੱਕ ਟਾਈਟ ਜਿਹਾ ਟਾਈਮ ਹੈ, ਬਹੁਤ ਸਾਰੇ ਅਫਸਰਾਂ ਉਹਨਾਂ ਨੇ ਬੁਲਾਏ ਹੋਏ ਨੇ, ਸ਼ਾਮ ਤੱਕ ਕੁਝ ਕੱਢ ਕੇ ਨਿਕਲਣਗੇ। ਐਦਾਂ ਦੀ ਕਵਾਇਦ ਉਸ ਡਿਪਾਰਟਮੈਂਟ ਦੇ ਵਿੱਚ ਜਾਂ ਅਫਸਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਪਰ ਹਮੀਰ ਸਿੰਘ ਉਹਨਾਂ ਦੀ ਗੱਲ ਬਿਲਕੁਲ ਠੀਕ ਹੈ, ਕੰਮ ਸੌਖਾ ਨਹੀਂ, ਬਹੁਤ ਔਖਾ ਹੈ। ਅੱਧਾ ਡਿਪਾਰਟਮੈਂਟ ਤੁਹਾਨੂੰ ਸਸਪੈਂਡ ਕਰਨਾ ਪਏਗਾ, ਕਿਉਂਕਿ ਜਿਨ੍ਹਾਂ ਨੂੰ ਸਸਪੈਂਡ ਕਰਨ ਦੀ ਗੱਲ ਜਾਂ ਕੱਢਣ ਦੀ ਗੱਲ ਜਾਂ ਐਕਸ਼ਨ ਲੈਣ ਦੀ ਗੱਲ ਹਮੀਰ ਸਿੰਘ ਜੀ ਕਰ ਰਹੇ ਨੇ, ਉਹੀ ਇਸ ਇਨਕੁਆਇਰੀ ਦਾ ਪਾਰਟ ਨੇ। ਯਾਨੀ ਜਦ ਪਹਿਚਾਣ ਉਹਨਾਂ ਜ਼ਮੀਨਾਂ ਦੀ ਕਰਨੀ ਹੈ ਤੇ ਉਹਨਾਂ ਅਫਸਰਾਂ ਦੀ ਡਿਊਟੀ ਲੱਗਣੀ ਹੈ ਕਿ ਇਹ ਤੁਸੀਂ ਪਹਿਚਾਣ ਕਰੋ ਜਿਨ੍ਹਾਂ ਨੇ ਘਰ ਜਾ ਕੇ, ਜਿਸ ਤਰ੍ਹਾਂ ਗੱਲ ਚੱਲੀ ਹੈ ਕਿ ਰਜਿਸਟਰੀਆਂ ਜਾਂ ਹੋਰ ਕੰਮ ਕੀਤੇ ਨੇ। ਔਖਾ ਕੰਮ ਹੈ, ਪਰ ਇੰਨਾ ਵੀ ਔਖਾ ਨਹੀਂ, ਨਾਮੁਮਕਿਨ ਨਹੀਂ ਕਹਿ ਸਕਦੇ ਆਪਾਂ, ਮੁਮਕਿਨ ਤੇ ਹੈ, ਕਿਉਂਕਿ ਇਸ ਲੀਡਰਸ਼ਿਪ ਜਿਹੜੀ ਨਵੀਂ ਆਈ ਹੈ, ਇਹਨਾਂ ਦਾ ਕੋਈ ਐਦਾਂ ਦਾ ਇਤਿਹਾਸ ਨਹੀਂ ਕਿ ਇਹਨਾਂ ਨੇ ਵੀ ਕੁਝ ਦੱਬਿਆ ਹੋਏ। ਜੇ ਕੁਝ ਦੱਬਿਆ ਵੀ ਹੋਏਗਾ ਤਾਂ ਮਾੜਾ ਮੋਟਾ ਜਿਹਾ ਦੱਬਿਆ ਹੋਏਗਾ, ਉਹ ਵੀ ਖਾਲੀ ਕਰਨ ਨੂੰ ਤਿਆਰ ਹੋ ਸਕਦੇ ਨੇ। ਇਹ ਜਿਹੜਾ ਬਦਲਾਵ ਹੈ, ਉਸ ਬਦਲਾਵ ਦੀ ਲਹਿਰ ਦੇ ਵਿੱਚ ਇਹ ਚੀਜ਼ ਪੋਸੀਬਲ ਤੇ ਹੈ, ਪਰ ਗੱਲ ਅੜਚਨ ਉੱਥੇ ਆਉਂਦੀ ਹੈ ਕਿ ਵੀ ਅਫਸਰ ਉਹੀ ਨੇ ਜਿਨ੍ਹਾਂ ਦੇ ਉੱਤੇ ਤੁਹਾਨੂੰ ਐਕਸ਼ਨ ਲੈਣਾ ਪੈਣਾ ਹੈ, ਉਹੀ ਇਨਕੁਆਇਰੀ ਕਰ ਰਹੇ ਨੇ। ਪਰ ਚਲੋ ਗੱਲ ਤੁਰੀ ਹੈ ਤੇ ਕਿੱਥੇ ਤੱਕ ਜਾਂਦੀ ਹੈ ਅਸੀਂ ਵੀ ਦੇਖਦੇ। ਬਿਲਕੁਲ ਠੀਕ ਹੈ। ਔਰ ਇਹ ਗੱਲ ਅਤਿਮ ਸੀ ਕਿ ਜੇਕਰ ਕੁਲਦੀਪ ਸਿੰਘ ਧਾਲੀਵਾਲ ਥੋੜੇ ਜਿਹੇ ਵੱਧ ਸੁਹਿਰਦ ਹੁੰਦੇ ਜਿੰਨੀ ਕਿ ਅਸੀਂ ਉਮੀਦ ਕਰਦੇ ਸੀ, ਤੇ ਚੰਡੀਗੜ੍ਹ ਦੇ ਘੇਰਿਆਂ ਦੇ ਵਿੱਚ ਜਸਟਿਸ ਕੁਲਦੀਪ ਸਿੰਘ ਬੈਠੇ ਆ, ਉਹਨਾਂ ਕੋਲ ਇਹਨਾਂ ਨੂੰ ਬਹੁਤ ਕੁਝ ਹੋਰ ਵੀ ਗਿਆਨ ਮਿਲਣਾ ਸੀ। ਗੇੜਾ ਮਾਰ ਆਉਂਦੇ, ਚਾਹ ਪੀ ਕੇ ਆਉਂਦੇ, ਨਾਲੇ ਇਹਨਾਂ ਦਾ ਕੱਦ ਵੱਧ ਜਾਂਦਾ। ਮੈਨੂੰ ਪਿਛਲੀ ਸਰਕਾਰ ਦੇ ਵਿੱਚ ਜਦੋਂ ਉਹਨਾਂ ਦਾ ਪੁੱਤਰ ਐਡਵੋਕੇਟ ਜਨਰਲ ਲੱਗਿਆ ਸੀ, ਮੈਨੂੰ ਉਦੋਂ ਵੀ ਉਮੀਦ ਸੀ ਕਿ ਪੁਰਾਣੀ ਫਾਈਲ ਬਾਪੂ ਵਾਲੀ ਕੱਢ ਕੇ ਅੱਗੇ ਰੱਖ ਲੈਣਗੇ। ਰੱਖੀ ਨਹੀਂ ਗਈ, ਸਮਾਂ ਥੋੜਾ ਮਿਲਿਆ, ਕੰਮ ਜ਼ਿਆਦਾ ਸੀ। ਲੇਕਿਨ ਇੱਕ ਹੋਰ ਗੱਲ ਕਿ ਜੇ ਚੰਦਰ ਸ਼ੇਖਰ ਸਾਹਿਬ ਨੂੰ ਤੇ ਜਸਟਿਸ ਸਾਰੋਂ ਨੂੰ ਮਿਲ ਲੈਂਦੇ, ਗੱਲ ਤਾਂ ਵੀ ਬੜੀ ਆਸਾਨ ਸੀਗੀ। ਖੈਰ ਧਾਲੀਵਾਲ ਸਾਹਿਬ ਨੇ ਮਿਲੇ ਹੋਣ, ਨਹੀਂ ਮਿਲੇ ਹੋਣ, ਅੱਜ ਪਤਾ ਲੱਗ ਜਾਊਗਾ। ਇੱਕ ਸ਼ਬਦ ਸਰਦਾਰ ਹਮੀਤ ਸਿੰਘ ਨੇ ਵਰਤਿਆ ਸੀ DDPOs ਲਈ, ਔਕਾਤ। ਇਹਨੂੰ ਕੋਈ ਮਾਈਂਡ ਨਾ ਕਰੇ, ਦਰਅਸਲ ਇਹ ਸਮਰੱਥਾ ਨਾਲ ਜੁੜਿਆ ਸ਼ਬਦ ਹੈ, ਇਹਨੂੰ ਨੈਗੇਟਿਵਲੀ ਲੈਣ ਦੇ ਯਤਨ ਨਾ ਕਰਿਓ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।